एक लेडीज़ आए ने, उन्होंने आके एक साइड तो तेल पा के ते अगन भेट समझो करके अग ला के वो नाल दे नाल बाहर चले गए ने। ते उदों बाद संगत इकट्ठी हुई है, संगत ने इकट्ठी होकर सब तो पहला PCO दे बचाया ते अपना जो शीशे भन्न के ते जो उपर महाराज के स्वरूप से 6 स्वरूप से सचखंड दे विच विराजमान से उन्होंने बचा के महाराज की कृपा सदका वो थले नीचे लियाते गए। देख रहा कि AC पूरे सड़े हुए ने उपर सचखंड तक अग का मतलब जो भी नुकसान किया अग ने उपर तक किया। की लगता तुहानू अग ने पूरा मतलब बंबाल भमूके पूरे निकले ने? संगत ने पिंड के मुंडे नौजवानों ने आके पिछों दी शीशे भन्न के वो जो मोटर चला के वो पानी दी बचा करके वो जो सचखंड के स्वरूप से वो बचाए ने। वैसे बाबा जी पिंड की औरत है, तुहानू की लगता की मनसा सी वो औरत दी? कैमरा जिहड़ा पिछला सी वो बंद सी, ये कुछ दिन पहला कैमरे बंद पे सी, मेरा कल परसों ही कैमरे चलाए ने, हरेक नूं पता सी बंद ने। तो उहदे च जदों उत्थों नहीं तो होर उत्थों क्लीयर हो जाती, उत्थों अगर खड़ के उन्हें ला के उही बोतल फिर अपने नेफे च ला के ले जिवें उहनूं कही जांदे भी विच कही जांदे ने कमली आ वो कमली वाली गल देखो, तुसीं उधर आउंदी आपदे घरों आके पहलां वो गली दे चैक करदी है, इधरली करदी है, तिन्ने चारे गलियां चैक करदी है, चारे गलियां चैक करके फिर गुरुद्वारे वड़ रही है, फिर आके उन्हें घटना नूं अंजाम दिता। गल उही है धार्मिक भावना नूं भटकाउण पिछे कोई वड्डी साजिश हुंदी है, कोई एक बंदा ऐ तां नहीं भी आप उही बैसी उहने कोई गुस्सा लाता जां की लाता, ये की कह सकदे आपां? देखो इस तरह कोई बंदा नहीं हुंदा भी ये चीज़ ते आके गुस्सा लाए, होर गुस्सा लाउण वाले बहुत चीज़ां दे शीशे भन्न जांदी, कोई होर कर जांदी। ये देखो हो सकदा भी उहनूं कमली आ किसी ने वरतिया होवे। ਤੁਸੀਂ देख रहे हो पंजाबी लोक चैनल। मैं अमनदीप सिंह माझा। ਜ਼ਿਲ੍ਹਾ ਸੰਗਰੂਰ ਬਲਾਕ ਭਵਾਨੀਗੜ੍ਹ ਦੇ ਪਿੰਡ ਜੌਲੀਆਂ ਵਿਖੇ ਦੁਖਦਾਈ ਘਟਨਾ ਹੋਈ। ਇੱਕ ਧਾਰਮਿਕ ਭਾਵਨਾਵਾਂ ਭਟਕਾਉਣ ਵਾਲੀ ਘਟਨਾ ਸਾਹਮਣੇ ਆਈ ਆ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਇੱਕ ਔਰਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ। ਇੱਕ ਸਰੂਪ ਬਿਲਕੁਲ ਸੜ ਚੁੱਕੇ ਨੇ। ਸੋ ਦਰਬਾਰ ਸਾਹਿਬ ਦੀਆਂ ਤਸਵੀਰਾਂ ਅਸੀਂ ਮੌਜੂਦ ਹਾਂ ਪਿੰਡ ਜੌਲੀਆਂ ਵਿਖੇ। ਤੁਹਾਨੂੰ ਦਰਬਾਰ ਸਾਹਿਬ ਦੀਆਂ ਤਸਵੀਰਾਂ ਦਿਖਾਉਂਦੇ ਹਾਂ ਸਿੱਧੀਆਂ। ਸਾਹਮਣੇ ਥੜਾ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੁਸ਼ੋਭਿਤ ਸਨ, ਪ੍ਰਕਾਸ਼ ਸਨ। ਔਰਤ ਇੱਥੇ ਆਈ, ਇੱਥੇ ਆ ਕੇ ਉਹਨੇ ਸਾਈਡ ਤੇ ਤੇਲ ਪਾ ਕੇ ਅੱਗ ਲਾਈ। ਅੱਗ ਦੀਆਂ ਤਸਵੀਰਾਂ ਤੁਸੀਂ ਸਿੱਧੀਆਂ ਪਹਿਲਾਂ CCTV ਫੁਟੇਜ 'ਚ ਵੀ ਦੇਖੀਆਂ ਨੇ ਤੇ ਸਿੱਧੀਆਂ ਦੇਖੋ ਕਿ ਦਰਬਾਰ ਸਾਹਿਬ ਦੇ ਕੀ ਹਾਲਾਤ ਨੇ। ਪੂਰਾ ਥੜਾ ਸਾਹਿਬ ਸੜ ਕੇ ਸੁਆਹ ਹੋ ਗਿਆ। ਸੋ ਪਾਲਕੀ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਨ, ਉਹ ਪੂਰੀ ਤਰ੍ਹਾਂ ਨੁਕਸਾਨੇ ਗਏ, ਸੜ ਕੇ ਸੁਆਹ ਹੋ ਗਏ। ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਕਿ ਉੱਪਰ ਕੈਮਰਾਮੈਨ ਨੂੰ ਕਹਾਂਗੇ ਕਿ ਤਸਵੀਰਾਂ ਉੱਪਰ ਸੱਚਖੰਡ ਸਾਹਿਬ ਜੀ ਦੀਆਂ ਵੀ ਦਿਖਾਉਂਦੇ ਆ। ਉੱਥੇ ਤੱਕ ਅੱਗ ਪਹੁੰਚ ਚੁੱਕੀ ਸੀ। ਉੱਥੇ 6 ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਸਨ। ਸੋ ਉਹਨਾਂ ਦਾ ਬਚਾਅ ਹੋ ਗਿਆ। ਸਾਡੇ ਨਾਲ ਜੌਲੀਆਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਮੌਜੂਦ ਨੇ, ਕਰਾਂਗੇ ਗੱਲਬਾਤ। ਬਾਬਾ ਜੀ ਕਿਵੇਂ ਦੀ ਘਟਨਾ ਹੋਈ, ਕਿਹਨੇ ਅੰਜਾਮ ਦਿੱਤਾ, ਕਿੰਨੇ ਵਜੇ ਘਟਨਾ ਹੋਈ ਹੈ? तकरीबन 11 ਵਜੇ ਦੀ ਘਟਨਾ ਹੈ ਜੀ। ਤੇ ਬਾਕੀ ਕੈਮਰੇ 'ਚ ਦੇਖਿਆ CCTV ਕੈਮਰੇ 'ਚ ਇੱਕ ਲੇਡੀਜ਼ ਆਏ ਨੇ, ਉਹਨਾਂ ਨੇ ਆ ਕੇ ਇੱਕ ਸਾਈਡ ਤੋਂ ਤੇਲ ਪਾ ਕੇ ਤੇ ਅਗਨ ਭੇਟ ਸਮਝੋ ਕਰਕੇ ਅਗ ਲਾ ਕੇ ਉਹ ਨਾਲ ਦੇ ਨਾਲ ਬਾਹਰ ਚਲੇ ਗਏ ਨੇ। ਉਦੋਂ ਬਾਅਦ ਧੂੰਆਂ ਨਿਕਲਿਆ ਤੇ ਉਦੋਂ ਬਾਅਦ ਸੰਗਤ ਇਕੱਠੀ ਹੋਈ ਹੈ। ਸੰਗਤ ਨੇ ਇਕੱਠੀ ਹੋ ਕੇ ਸਭ ਤੋਂ ਪਹਿਲਾਂ PCO ਦੇ ਬਚਾਇਆ ਤੇ ਆਪਣਾ ਜੋ शीशे ਭੰਨ ਕੇ ਤੇ ਜੋ ਉੱਪਰ ਮਹਾਰਾਜ ਦੇ ਸਰੂਪ ਸੀ 6 ਸਰੂਪ ਸੀ ਸੱਚਖੰਡ ਦੇ ਵਿੱਚ ਵਿਰਾਜਮਾਨ ਸੀ, ਉਹਨਾਂ ਨੂੰ ਬਚਾ ਕੇ ਮਹਾਰਾਜ ਦੀ ਕਿਰਪਾ ਸਦਕਾ ਉਹ ਥੱਲੇ ਨੀਚੇ ਲਿਆਂਦੇ ਗਏ। ਤੇ ਜੋ ਦਰਬਾਰ ਸਾਹਿਬ ਦੇ ਵਿੱਚ ਪ੍ਰਕਾਸ਼ ਸੀਗੇ ਮਹਾਰਾਜ ਸਰੂਪ ਪਾਲਕੀ ਸਾਹਿਬ ਤੇ ਜੋ ਮਹਾਰਾਜ ਪ੍ਰਕਾਸ਼ ਸੀ ਉਹ ਬਿਲਕੁਲ ਤਕਰੀਬਨ 80% ਉਹ ਨੁਕਸਾਨੇ ਗਏ ਨੇ। ਤੇ ਬਾਕੀ ਪ੍ਰਸ਼ਾਸਨ ਆਇਆ ਤੇ ਉਦੋਂ ਬਾਅਦ 'ਚ ਸਾਡੇ ਮੰਗਵਾਲ ਤੋਂ ਮੈਂਬਰ ਸ਼੍ਰੋਮਣੀ ਕਮੇਟੀ ਉਹ ਵੀ ਪਹੁੰਚੇ ਨੇ
ਤੇ ਗੁਰਦੁਆਰਾ ਸਾਹਿਬ ਦੇ ਜੋ ਲੋਕਲ ਕਮੇਟੀ ਹੈ ਉਹ ਵੀ, ਤੇ ਭਵਾਨੀਗੜ੍ਹ ਦੇ ਜੋ MLA ਜਾਂ ਉਹ ਸਾਰੇ ਤਕਰੀਬਨ ਪਹੁੰਚੇ ਨੇ, ਸਾਰੀ ਸੰਗਤ ਪਹੁੰਚੀ ਹੈ। ਤੇ ਜੋ ਇਹ ਘਟਨਾ ਹੋਈ ਹੈ, ਬਾਕੀ ਮੁਲਾਜ਼ਮ ਪਹੁੰਚੇ ਨੇ, ਉਹਨਾਂ ਨੇ ਉਸ ਨੂੰ ਅਰੈਸਟ ਕਰ ਲਿਆ। ਜੀ ਵੈਸੇ ਬਾਬਾ ਜੀ ਉਦੋਂ ਕੌਣ ਸੀ ਗੁਰਦੁਆਰਾ ਸਾਹਿਬ ਵਿੱਚ, ਕੌਣ ਮੌਜੂਦ ਸੀ? ਉਦੋਂ ਕੋਈ ਨਹੀਂ ਸੀ ਗੁਰਦੁਆਰਾ ਸਾਹਿਬ। ਤੁਸੀਂ ਕਿੱਥੇ ਗਏ ਹੋਏ ਸੀ ਜੀ? ਅਸੀਂ ਵੀ ਆਪਣੀ ਡਿਊਟੀ ਤੇ ਗਏ ਸੀ, ਕਿਤੇ ਬੱਚੀ ਨੂੰ ਛੱਡਣ ਹੋਏ ਸੀ, ਬੇਟੀ ਨੂੰ ਭਾਈ ਗੁਰਦਾਸ 'ਚ, ਤੇ ਉਦੋਂ ਉੱਥੇ ਹੈ ਨਹੀਂ ਸੀ ਕੋਈ, ਉਹ ਬਸ ਇਕੱਲੇ ਹੀ ਆਏ ਨੇ। ਉਦੋਂ ਬਾਅਦ ਆਉਣ ਸਾਰੇ ਹੀ ਉਹਨਾਂ ਨੇ ਕੰਮ ਕਰਕੇ ਤੇ ਉਹ ਸਾਰਾ ਕੈਮਰੇ 'ਚ ਆ ਗਿਆ। ਬਾਕੀ ਹੁਣ ਪ੍ਰਸ਼ਾਸਨ ਆਇਆ ਹੋਇਆ, ਉਹ ਆਪਣੀ ਜੋ ਕਾਰਵਾਈ ਹੈ ਉਹ ਕਰ ਰਹੇ ਨੇ। ਠੀਕ ਹੈ, ਅਸੀਂ ਦੇਖ ਰਹੇ ਹਾਂ ਕਿ AC ਪੂਰੇ ਸੜੇ ਹੋਏ ਨੇ ਉੱਪਰ, ਸੱਚਖੰਡ ਤੱਕ ਅੱਗ ਦਾ ਮਤਲਬ ਜੋ ਵੀ ਨੁਕਸਾਨ ਕੀਤਾ ਅੱਗ ਨੇ ਉੱਪਰ ਤੱਕ ਕੀਤਾ। ਕੀ ਲੱਗਦਾ ਤੁਹਾਨੂੰ, ਅੱਗ ਨੇ ਪੂਰਾ ਮਤਲਬ ਬੰਬਾਲ ਭਮੂਕੇ ਪੂਰੇ ਨਿਕਲੇ ਨੇ? ਹਾਂਜੀ ਹਾਂ, ਆਓ ਕਿਉਂਕਿ ਜਦੋਂ ਇੱਥੇ ਅੱਗ ਲੱਗ ਗਈ ਨਾ ਜੀ, ਤੇ ਸਾਰੇ ਬੰਦ ਸੀ, ਤਕਰੀਬਨ ਦਰਵਾਜ਼ਾ ਵੀ ਬੰਦ ਸੀ, ਬਾਹਰੋਂ ਕੁੰਡਾ ਲੱਗਿਆ ਹੋਇਆ ਸੀਗਾ, ਤੇ ਸਾਰੇ ਦਰਵਾਜ਼ੇ ਸ਼ੀਸ਼ੇ ਬੰਦ ਸੀ। ਉਹ ਫਿਰ ਜਦੋਂ ਅੱਗ ਲੱਗਣ ਨਾਲ ਉਹ ਫਿਰ ਅੰਦਰ ਗਰਮੈਸ਼ ਬਣ ਗਈ। ਗਰਮੈਸ਼ ਨਾਲ ਫਿਰ ਜੋ AC ਸੀ ਉਹ ਵੀ ਚਾਰੇ ਸੜ ਗਏ ਤਕਰੀਬਨ। ਬਾਕੀ ਸੰਗਤ ਨੇ, ਪਿੰਡ ਦੇ ਮੁੰਡੇ ਨੌਜਵਾਨਾਂ ਨੇ ਆ ਕੇ ਪਿੱਛੋਂ ਦੀ ਸ਼ੀਸ਼ੇ ਭੰਨ ਕੇ, ਉਹ ਜੋ ਮੋਟਰ ਚਲਾ ਕੇ ਉਹ ਪਾਣੀ ਦੀ ਬਚਾ ਕਰਕੇ ਉਹ ਜੋ ਸੱਚਖੰਡ ਦੇ ਸਰੂਪ ਸੀ ਉਹ ਬਚਾਏ ਨੇ। ਤੇ ਬਹੁਤ ਸੰਗਤ ਨੇ ਹਿੰਮਤ ਕੀਤੀ ਹੈ, ਹਿੰਮਤ ਕਰਕੇ ਇਹ ਜੋ ਬਚਾਅ ਕੀਤਾ। ਬੜੀ ਹੀ ਸੰਗਤ ਦਾ ਵੀ ਧੰਨਵਾਦ ਹੈ, ਜੋ ਕਿ ਸਾਰਾ ਨੰਗਰ ਤਕਰੀਬਨ ਇਕੱਠਾ ਹੋ ਗਿਆ ਸੀ। 11 ਵਜੇ ਦੀ ਗੱਲ ਹੈ, 11:30 ਵਜੇ ਇਹ ਸਾਰੀ ਘਟਨਾ ਤਕਰੀਬਨ ਹੋ ਗਈ ਸੀ ਜੀ। ਠੀਕ ਹੈ, ਵੈਸੇ ਬਾਬਾ ਜੀ ਪਿੰਡ ਦੀ ਔਰਤ ਆ, ਤੁਹਾਨੂੰ ਕੀ ਲੱਗਦਾ ਕੀ ਮਨਸਾ ਸੀ ਉਹ ਔਰਤ ਦੀ? ਇਹ ਤਾਂ ਹੁਣ ਜੀ ਪ੍ਰਸ਼ਾਸਨ ਨੂੰ ਪਤਾ, ਵੀ ਉਹ ਪੁੱਛਣਗੇ ਵੀ ਕੀ ਗੱਲ ਹੈ, ਕਿਉਂਕਿ ਕਿਸੇ ਨੂੰ ਮਿਲਿਆ ਨਹੀਂ, ਉਹਨਾਂ ਨੂੰ ਮਿਲ ਨਹੀਂ ਦਿੱਤਾ, ਪ੍ਰਸ਼ਾਸਨ ਉਹਨੂੰ ਲੈ ਗਿਆ। ਬਾਕੀ ਕੋਈ ਐਸੀ ਅੱਗੇ ਵੀ ਆਉਂਦੇ ਨੇ, ਕੋਈ ਐਸੀ ਗੱਲ ਨਹੀਂ ਹੈਗੀ ਵੀ ਉਹਨਾਂ ਦੇ ਦਿਮਾਗੀ ਤੌਰ 'ਤੇ ਆ ਜਾਂ ਹੋਰ ਕੋਈ ਐਸੀ ਗੱਲ ਨਹੀਂ ਹੈਗੀ। ਇਹ ਨਹੀਂ ਕਹਿ ਸਕਦੇ ਪੂਰੀ ਸੂਝ-ਬੂਝ ਆ, ਕੋਈ ਕੁਝ ਨਹੀਂ ਕਹਿ ਸਕਦੇ ਆਪਾਂ। ਕੁਝ ਨਹੀਂ, ਕੋਈ ਐਸੀ ਗੱਲ ਨਹੀਂ ਹੈਗੀ ਜੀ, ਕੋਈ ਐਸੀ ਗੱਲ ਨਹੀਂ ਹੈਗੀ। ਬਾਕੀ ਹੁਣ ਜੋ ਪ੍ਰਸ਼ਾਸਨ ਆਇਆ ਉਹ ਆਪਣੇ ਕਰਨਗੇ। ਪਿੰਡ ਜੌਲੀਆਂ ਵਿਖੇ ਸ਼ਰਮਸਾਰ ਘਟਨਾ, ਵੱਡੀ ਘਟਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਜਲਾਏ ਗਏ, ਇੱਕ ਸਾਜ਼ਿਸ਼ ਤਹਿਤ ਜਲਾਏ ਗਏ। ਸੋ ਹੈੱਡ ਗ੍ਰੰਥੀ ਸਾਹਿਬ ਦਾ ਕਹਿਣਾ ਕਿ ਪਿੰਡ ਦੀ ਹੀ ਔਰਤ ਆ, ਪੂਰੀ ਸੂਝ-ਬੂਝ ਵਾਲੀ ਆ, ਕੋਈ ਮੈਂਟਲੀ ਅਪਸੈਟ ਨਹੀਂ ਕਹਿ ਸਕਦੇ ਕਿਉਂ ਕੀਤਾ ਗਿਆ। ਬਾਕੀ ਅਗਲੀ ਕਾਰਵਾਈ ਹੋਊਗੀ। ਸੋ ਸਾਡੇ ਨਾਲ ਕੁਲਵੰਤ ਸਿੰਘ ਜੌਲੀਆਂ ਪਿੰਡ ਵਾਸੀ ਮੌਜੂਦ ਨੇ, ਕਰਾਂਗੇ ਗੱਲਬਾਤ। ਜੌਲੀਆਂ ਸਾਹਿਬ, ਦੁਖਦਾਈ ਘਟਨਾ ਹੋਈ ਆ, ਕਿੰਨੇ ਕੁ ਵਜੇ ਦੀ ਘਟਨਾ ਸੀ ਤੇ ਕਿਵੇਂ, ਕੀ ਮਨਸਾ ਲੱਗਦੀ ਹੈ ਤੁਹਾਨੂੰ? ਇਹ ਤਕਰੀਬਨ 11 ਕੁ ਵਜੇ ਦੀ ਘਟਨਾ। ਸਾਡੇ ਇੱਥੇ ਨੌਜਵਾਨਾਂ ਦਾ ਮੈਂ ਬਹੁਤ ਧੰਨਵਾਦੀ ਹਾਂ, ਰਿਣੀ ਆ, ਜਿਨ੍ਹਾਂ ਨੇ ਲੱਗ ਕੇ ਇੱਥੇ ਆਲੇ ਦੁਆਲੇ ਮੋਟਰਾਂ ਤੋਂ, ਸਮਰਸੀਬਲਾਂ ਤੋਂ ਪਾਈਪਾਂ ਲਾ ਕੇ ਸ਼ੀਸ਼ੇ ਭੰਨੇ। ਪਹਿਲੀ 'ਚ ਤਾਂ ਸ਼ੀਸ਼ੇ ਭੰਨ ਕੇ ਆਲੇ ਦੁਆਲੇ ਫਿਰ ਅੱਗ ਤੇ ਕਾਬੂ ਪਾਇਆ। ਉਦੋਂ ਬਾਅਦ ਚਲੋ ਵੈਸੇ ਜਿਵੇਂ ਕਹਿੰਦੇ ਸੀ ਕਿ ਗੁਰਦੁਆਰਾ ਸਾਹਿਬ ਕੋਈ ਨਹੀਂ ਸੀ ਉਦੋਂ, ਫਿਰ ਪਤਾ ਕਿਵੇਂ ਲੱਗਿਆ, ਕਦੋਂ, ਕਿਹਨੂੰ ਪਤਾ ਲੱਗਿਆ? ਪਤਾ ਨੇੜੇ ਦੇ ਘਰ ਨੇ ਜਿਹੜੇ ਇੱਥੇ, ਇੱਕ ਕਿਸੇ ਨੇ ਦੇਖਿਆ ਜੀ, ਉਹਨਾਂ ਨੇ ਦੱਸਿਆ, ਫਿਰ ਇਕੱਠੇ ਹੋ ਗਏ ਮੁੰਡੇ, ਸਾਰੇ ਇਕੱਠੇ ਹੋ ਕੇ ਇਹਨਾਂ ਨੇ ਸ਼ੀਸ਼ੇ ਭੰਨ ਕੇ ਫਿਰ ਅੰਦਰ ਪਾਈਪਾਂ ਨਾਲ ਅੱਗ ਬੁਝਾਈ। ਤੇ ਉਹਦੇ ਕਾਰਨ ਹੀ ਜਿਹੜੇ ਨੌਜਵਾਨਾਂ ਨੇ ਹਿੰਮਤ ਕੀਤੀ ਤਾਂ ਸਾਡੇ ਜਿਹੜੇ 6 ਸਰੂਪ ਸੀ ਉਹ ਬਚਤ ਹੋ ਗਈ। ਨਹੀਂ ਉੱਥੇ ਵੀ ਅੱਗ ਚੜ੍ਹ ਗਈ। ਸ਼ੀਸ਼ੇ ਦੇਖ ਰਹੇ ਹੋ ਤੁਸੀਂ, ਭੰਨੇ ਹੋਏ ਨੇ ਸ਼ੀਸ਼ੇ, ਸਾਰੇ ਫੁੱਟ ਗਏ। ਅਸੀਂ ਵੀ ਦੇਖ ਰਹੇ ਨੁਕਸਾਨ ਬਹੁਤ ਵੱਡਾ, ਜਿਵੇਂ ACਆਂ ਤੱਕ ਅੱਗ ਪਹੁੰਚ ਗਈ। ਇਹ ਜਿਹੜਾ ਨੀਚੇ ਨਾ ਇਹਦੇ ਵਸਾਇਆ ਹੁੰਦਾ ਬੈਠਣ ਨੂੰ ਆਪਣੇ, ਉਹਨੂੰ ਫੋਮ ਜੀ ਨੂੰ, ਉਹਨੂੰ ਅੱਗ ਚੜ੍ਹ ਗਈ। ਉੱਥੋਂ ਅੱਗ ਲੱਗ ਕੇ ਜਦੋਂ ਮੈਂ ਵੀ ਆਇਆ, ਮੈਨੂੰ ਫੋਨ ਗਿਆ, ਅਸੀਂ ਆ ਕੇ ਇੱਥੇ ਮੈਂ ਦੇਖਿਆ ਵੀ ਚਲੋ ਕਿਤੋਂ ਸੜ ਕੇ ਹੋਇਆ ਹੋਊਗਾ। ਪਰ ਜਦੋਂ ਅਸੀਂ ਬਰੀਕੀ 'ਚ ਦੇਖਣ ਲੱਗੇ, ਮੇਰੇ ਵੀ ਦਿਮਾਗ 'ਤੇ ਗਈ। ਮੈਂ ਕਿਹਾ ਵੀ ਯਾਰ ਦੇਖੋ ਇੱਥੇ ਕੀ ਸੀ, ਮੈਂ ਪੁੱਛਣ ਲੱਗ ਗਿਆ ਸਾਹਮਣੇ ਵੀ ਇੱਥੇ ਕੀ ਸੀ। ਬਾਬਾ ਜੀ ਨੂੰ ਪੁੱਛਿਆ, ਇਹ ਕਹਿੰਦੇ ਵੀ ਇੱਥੇ ਤਾਂ ਕੋਈ ਚੀਜ਼ ਨਹੀਂ ਰੱਖੀ ਹੋਈ। ਵੀ ਅੱਗ ਉਰੋਂ ਲੱਗੀ ਹੋਈ ਆ, ਉਰੇ ਨਾ ਕੋਈ ਪਲੱਗ ਆ, ਨਾ ਕੋਈ ਹੋਰ ਚੀਜ਼ ਰੱਖੀ ਹੋਈ ਆ। ਚਲੋ ਉੱਥੋਂ ਸਾਡਾ ਥੋੜ੍ਹਾ ਦਿਮਾਗ ਘੁੰਮਿਆ। ਫਿਰ ਮੁੰਡਿਆਂ ਨੇ ਜਾ ਕੇ ਕੈਮਰੇ ਚੈੱਕ ਕਰਨ ਲੱਗੇ ਵੀ ਆਪਾਂ ਕਰਾਉਂਦੇ ਆ। ਇਹ ਮੁੰਡਾ ਆਇਆ ਬਾਹਰੋਂ, ਇਹਨੂੰ ਪਤਾ ਸੀ ਵੀ ਕਿਵੇਂ ਕੈਮਰੇ ਉਹ ਕਰਨੇ ਨੇ, ਕੈਮਰਿਆਂ ਦਾ ਕੰਮ ਕਰਦਾ, ਮੇਰੇ ਪਿੰਡੋਂ ਹੀ ਆ। ਤੇ ਉਹ 'ਚ ਜਦੋਂ ਕੈਮਰਿਆਂ 'ਚ ਦੇਖਿਆ, ਫਿਰ ਲੇਡੀ ਜੀ ਦਾ ਪਤਾ ਲੱਗਿਆ ਵੀ ਉਹ ਲੇਡੀ ਆ, ਉਹ ਆਈ ਆ। ਪਛਾਣ ਆ ਗਈ ਪੂਰੀ? ਹਾਂ, ਪਛਾਣ ਆ ਗਈ ਜੀ, ਪੂਰੀ ਆਈ ਆ ਕੇ ਇੱਥੋਂ ਉਹਨੇ ਨੇਫੇ 'ਚੋਂ ਆਪਦੇ ਬੋਤਲ ਕੱਢੀ ਆ, ਕੱਢ ਕੇ ਉੱਥੋਂ ਅੱਗ ਲਾ ਕੇ, ਉਹ ਕੈਮਰਾ ਜਿਹੜਾ ਪਿਛਲਾ ਸੀ ਉਹ ਬੰਦ ਸੀ। ਇਹ ਕੁਝ ਦਿਨ ਪਹਿਲਾਂ ਕੈਮਰੇ ਬੰਦ ਪਏ ਸੀ, ਮੇਰਾ ਕੱਲ੍ਹ ਪਰਸੋਂ ਹੀ ਕੈਮਰੇ ਚਲਾਏ ਨੇ, ਹਰੇਕ ਨੂੰ ਪਤਾ ਸੀ ਬੰਦ ਨੇ। ਤੇ ਉਹਦੇ 'ਚ ਜਦੋਂ ਉੱਥੋਂ ਨਹੀਂ ਤਾਂ ਹੋਰ ਉੱਥੋਂ ਕਲੀਅਰ ਹੋ ਜਾਂਦੀ, ਉੱਥੋਂ ਅੱਗ ਖੜ ਕੇ ਉਹਨੇ ਲਾ ਕੇ ਉਹੀ ਬੋਤਲ ਫੇਰ ਆਪਣੇ ਨੇਫੇ 'ਚ ਲਾ ਕੇ ਫੇਰ ਲੈ ਕੇ ਗਈ। ਯਾਨੀ ਕਿ ਕੁਲਵੰਤ ਜੀ, ਕੈਮਰੇ ਤੁਸੀਂ ਕਹਿ ਰਹੇ ਹੋ ਖਰਾਬ ਸੀ, ਪਹਿਲਾਂ ਬੰਦ ਸੀ, ਇਹਦਾ ਮਤਲਬ ਉਹਦਾ ਫਾਇਦਾ ਉਠਾਇਆ ਗਿਆ ਤੇ ਵੀ ਕੈਮਰੇ 'ਚ ਤਾਂ ਆਉਣੀ ਓ ਨਹੀਂ ਗੱਲ? ਬਿਲਕੁਲ, ਸਾਨੂੰ ਲੱਗਦਾ ਵੀ ਇਹ ਹੋ ਸਕਦਾ ਵੀ ਕੈਮਰਿਆਂ ਦੀ ਹੋਵੇ ਨਾ ਹੋਵੇ। ਜਿਵੇਂ ਉਹਨੂੰ ਕਹੀ ਜਾਂਦੇ ਆ ਵੀ ਵਿੱਚ ਕਹੀ ਜਾਂਦੇ ਨੇ ਕਮਲੀ ਆ, ਉਹ ਕਮਲੀ ਵਾਲੀ ਗੱਲ ਦੇਖੋ ਤੁਸੀਂ, ਉੱਧਰ ਆਉਂਦੀ ਆ ਆਪਦੇ ਘਰੋਂ ਆ ਕੇ ਪਹਿਲਾਂ ਉਹ ਗਲੀ ਦੇ ਚੈੱਕ ਕਰਦੀ ਹੈ, ਇੱਧਰਲੀ ਕਰਦੀ ਹੈ, 3-4 ਗਲੀਆਂ ਚੈੱਕ ਕਰਦੀ ਆ, 4 ਗਲੀਆਂ ਚੈੱਕ ਕਰਕੇ ਫਿਰ ਗੁਰਦੁਆਰੇ ਵੜ ਰਹੀ ਆ। ਫਿਰ ਆ ਕੇ ਉਹਨੇ ਇਹ ਘਟਨਾ ਨੂੰ ਅੰਜਾਮ ਦਿੱਤਾ, ਕਿਉਂ ਉਸ ਟਾਈਮ 10-11 ਵਜੇ ਗੁਰੂ ਘਰੇ ਹੁੰਦਾ ਨਹੀਂ ਕੋਈ, ਤੇ ਉੱਥੇ ਨਾ ਕਿਸੇ, ਜਦੋਂ ਪਤਾ ਲੱਗਿਆ ਫਿਰ ਹੋਇਆ।
ਉਹ ਨਾਲ ਦੀ ਨਾਲ 2 ਮਿੰਟ 'ਚ ਹੀ ਲੰਘ ਜਾਂਦੀ ਅਸੀਂ ਪ੍ਰਸ਼ਾਸਨ ਨੇ ਸਾਡਾ ਸਾਥ ਦਿੱਤਾ ਹੁਣ ਤੱਕ ਪ੍ਰਸ਼ਾਸਨ ਨੇ ਵਧੀਆ ਉਹ ਕੀਤਾ ਮੇਰੀ ਹੁਣ ਵੀ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇਹ ਜਿਹੜੀ ਘਟਨਾ ਵਾਪਰੀ ਆ ਮੈਂ SHO ਸਾਹਿਬ ਤੇ ਡਿਪਟੀ ਸਾਹਿਬ ਨੂੰ ਵੀ ਕਿਹਾ ਵੀ ਇਹਦੇ 'ਚ ਇਹ ਨਾ ਕਹਿ ਕੇ ਟਾਲ ਦਿਓ ਵੀ ਕਿਤੇ ਵੀ ਕਮਲੀ ਆ ਉਹ ਕਮਲੀ ਕੋਈ ਨਹੀਂ ਜੇ ਕਮਲੀ ਹੁੰਦੀ ਜਾਂ ਉੱਥੇ ਲਾ ਕੇ ਸਿੱਟ ਦਿੰਦੀ ਉੱਥੇ ਬਹਿ ਜਾਂਦੀ ਆਪਾਂ ਮੰਨ ਲੈਂਦੇ ਪਾਗਲਾ ਵੀ ਭਾਈ ਮਰ ਗਈ ਆਪ ਹੀ ਮੱਚ ਗਈ ਜਾਂ ਕੋਈ ਚੀਜ਼ ਚੋਰੀ ਕਰਕੇ ਲੈ ਜਾਂਦੀ ਇੱਥੋਂ ਫਿਰ ਵੀ ਮੰਨ ਲੈਂਦੇ ਦੇਖੋ ਕਮਲੀ ਵਾਲੀ ਕੋਈ ਗੱਲ ਨਹੀਂ ਉਹਦੇ ਗੈਲ ਕੋਈ ਸਾਜ਼ਿਸ਼ ਹੈਗੀ ਆ ਉਹਦੇ 'ਚ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਆ ਵੀ ਉਹ ਬਰੀਕੀ ਤੱਕ ਜਾਵੇ ਨਗਰ ਅਸੀਂ ਸਹਿਯੋਗ ਦੇਵਾਂਗੇ ਪੂਰਾ ਬਰੀਕੀ ਤੱਕ ਜਾਣ ਵੀ ਕੀ ਕਾਰਨ ਹੋਇਆ ਹੈ ਗੱਲ ਉਹੀ ਆ ਧਾਰਮਿਕ ਭਾਵਨਾਵਾਂ ਨੂੰ ਭਟਕਾਉਣ ਪਿੱਛੇ ਕੋਈ ਵੱਡੀ ਸਾਜ਼ਿਸ਼ ਹੁੰਦੀ ਆ ਕੋਈ ਇੱਕ ਬੰਦਾ ਐਂ ਤਾਂ ਨਹੀਂ ਵੀ ਆਪ ਉਹੀ ਬੈਸੀ ਉਹਨੇ ਕੋਈ ਗੁੱਸਾ ਲਾਤਾ ਜਾਂ ਕੀ ਲਾਤਾ ਇਹ ਕੀ ਕਹਿ ਸਕਦੇ ਆਪਾਂ ਦੇਖੋ ਇਸ ਤਰ੍ਹਾਂ ਕੋਈ ਬੰਦਾ ਨਹੀਂ ਹੁੰਦਾ ਵੀ ਇਹ ਚੀਜ਼ ਤੇ ਆ ਕੇ ਗੁੱਸਾ ਲਾਹੇ ਹੋਰ ਗੁੱਸਾ ਲਾਉਣ ਵਾਲੇ ਬਹੁਤ ਚੀਜ਼ਾਂ ਦੀ ਸੀਸੇ ਭੰਨ ਜਾਂਦੀ ਕੋਈ ਹੋਰ ਕਰ ਜਾਂਦੀ ਇਹ ਦੇਖੋ ਹੋ ਸਕਦਾ ਵੀ ਉਹਨੂੰ ਕਮਲੀ ਆ ਕਿਸੇ ਨੇ ਵਰਤਿਆ ਹੋਵੇ ਇਹਨੂੰ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਆ ਪ੍ਰਸ਼ਾਸਨ ਸਾਨੂੰ ਇਹ ਕੱਢ ਕੇ ਦੇਵੇ ਅੱਜ ਵੈਸੇ ਤੁਸੀਂ ਕਹਿ ਰਹੇ ਹੋ ਵੀ ਕਮਲੀ ਤਾਂ ਹੈ ਨਹੀਂ ਕਿਸੇ ਜਿਵੇਂ ਤੁਸੀਂ ਕਹਿ ਰਹੇ ਹੋ ਤੁਸੀਂ ਪਿੰਡ 'ਚ ਰਹੇ ਹੋ ਤੁਹਾਨੂੰ ਪਤਾ ਵੀ ਕਿਵੇਂ ਦੇਖੀ ਨਹੀਂ ਕੋਈ ਚੀਜ਼ ਨਹੀਂ ਸਿੱਟੀ ਉਹਨੇ ਕਦੇ ਕੋਈ ਆਪਦੇ ਘਰੇ ਨਹੀਂ ਅੱਗ ਲਾਈ ਬੰਦੇ ਕਮਲੇ ਹੁੰਦੇ ਨੇ ਮੈਂ ਸਰਪੰਚ ਵੀ ਰਿਹਾ 10 ਸਾਲ ਕੋਈ ਆਪਦੇ ਘਰੇ ਅੱਗ ਲਾਤੀ ਕਿਸੇ ਨੇ ਕੁਛ ਕਰਤਾ ਆਪਾਂ ਕਹਿੰਦੇ ਬੇਦਿਮਾਗ ਆਏ ਉਹਨੇ ਅੱਜ ਤੱਕ ਕੋਈ ਇਹੋ ਜਿਹੀ ਘਟਨਾ ਨਹੀਂ ਮੈਂ ਤਾਂ ਸੁਣੀ ਵੀ ਉਹਨੇ ਕੋਈ ਕਿਸੇ ਦੇ ਕੁਛ ਮਾਰਿਆ ਚੱਕ ਕੇ ਇਹ ਜਵਾਕ ਦੇ ਮਾਰਤਾ ਫਿਰ ਤਾਂ ਆਪਾਂ ਮੰਨੀਏ ਵੀ ਕਮਲੀ ਆ ਭਾਈ ਉਹ ਤਾਂ ਪਹਿਲਾਂ ਹੀ ਹੋਆ ਕੋਈ ਕਮਲੇ ਵਾਲੀ ਗੱਲ ਨਹੀਂ ਹੈਗੀ ਇਹਨੂੰ ਪ੍ਰਸ਼ਾਸਨ ਨੂੰ ਸਾਡੀ ਫੇਰ ਬੇਨਤੀ ਆ ਅਸੀਂ ਪ੍ਰਸ਼ਾਸਨ ਨੂੰ ਸਹਿਯੋਗ ਦੇ ਰਹੇ ਹਾਂ ਪ੍ਰਸ਼ਾਸਨ ਇਹ ਨਾ ਕਰੇ ਵੀ ਸਾਨੂੰ ਪਿੰਡ ਨੂੰ ਫਿਰ ਆਪਦੇ ਆਪ ਇਨਸਾਫ ਲੈਣਾ ਪਵੇ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਇਨਸਾਫ ਦੇਣ ਇਹਦਾ ਬਰੀਕੀ ਤੱਕ ਜਾ ਕੇ ਸਾਨੂੰ ਨਗਰ ਨੂੰ ਦੱਸਣ ਵੀ ਭਾਈ ਆਹ ਘਟਨਾ ਆਹ ਬੰਦੇ ਨੇ ਇਹ ਤੋਂ ਕਹਿ ਕੇ ਕਰਾਈ ਆ ਫਿਰ ਅਸੀਂ ਸੈਟਿਸਫਾਈਆਂ ਨਹੀਂ ਨਗਰ ਸੈਟਿਸਫਾਈ ਨਹੀਂ ਹੋ ਠੀਕ ਹੈ ਹਾਂ ਜਾਨੀ ਕਿ ਪੂਰੀ ਸਾਜ਼ਿਸ਼ ਤਹਿਤ ਤੁਸੀਂ ਕਹਿ ਰਹੇ ਹੋ ਕਿ ਤੇਲ ਪਾਇਆ ਗਿਆ ਜੇ CCTV ਕੈਮਰੇ ਨਾ ਹੁੰਦੇ ਕੁਲਵੰਤ ਜੀ ਸੁਰਾਗ ਮਿਲਣਾ ਨਹੀਂ ਸੀ ਹਾਂ ਜੇ ਦੇਖੋ ਜਿਹੜੇ ਇੱਥੇ ਕੈਮਰਿਆਂ ਦੇ ਰਿਕਾਰਡਿੰਗਾਂ ਵਗੈਰਾ ਨੇ ਉਹ ਪੁਲਿਸ ਸਾਤੋਂ ਲੈ ਕੇ ਗਈ ਆ ਉਸ ਅਸੀਂ ਆਪਦੇ ਕੋਲ ਵੀ ਰੱਖੀਆਂ ਨੇ ਤੇ ਅਸੀਂ ਇਹ ਕਹਿੰਦੇ ਆ ਸਾਡੇ ਨਗਰ ਦੀ ਮੈਂ ਹੁਣ ਵੀ ਗੱਲ ਕੀਤੀ ਸੀ ਸਾਰੇ ਬੰਦੇ ਇਹ ਕਹਿੰਦੇ ਸੀ ਵੀ ਜਿਹੜੀ ਗੱਲ ਆ ਕਲੀਅਰ ਹੋਣੀ ਚਾਹੀਦੀ ਆ ਦੇਖੋ ਹਰ ਇੱਕ ਆਪਾਂ ਧਰਮ ਨੂੰ ਮੰਨਦੇ ਆ ਜੇ ਅਸੀਂ ਇਹ ਨਹੀਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਕਰਕੇ ਅਸੀਂ ਦੂਜੇ 'ਤੇ ਵੀ ਹੋਵੇ ਤਾਂ ਵੀ ਇਸੇ ਤਰ੍ਹਾਂ ਲੜਦੇ ਵੀ ਇਹ 'ਚ ਇਨਸਾਫ ਸਾਨੂੰ ਮਿਲਣਾ ਚਾਹੀਦਾ ਇਨਸਾਫ ਨਾ ਮਿਲਿਆ ਬਹੁਤ ਮਾੜੀ ਗੱਲ ਉਹੀ ਹੈ ਧਰਮ ਸਤਿਕਾਰਯੋਗ ਨੇ ਸਾਰੇ ਜਿੰਨੇ ਵੀ ਧਰਮ ਨੇ ਪਰ ਐਵੇਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਜਾਰੀ ਨੇ ਕੀ ਤੁਹਾਨੂੰ ਕੀ ਲੱਗਦਾ ਵੀ ਕਿਵੇਂ ਦੀ ਮਨਸਾ ਹੋ ਸਕਦੀ ਹੈ ਕਿਹੜੀ ਸਾਜ਼ਿਸ਼ ਹੋ ਸਕਦੀ ਹੈ ਦੇਖੋ ਇਹ ਕੋਈ ਸਾਜ਼ਿਸ਼ ਤਾਂ ਹੈਗੀ ਆ ਕਦੇ ਤੁਸੀਂ ਅੱਜ ਤੋਂ 10 ਸਾਲ ਪਹਿਲਾਂ ਕੋਈ ਕਿਤੇ ਘਟਨਾ ਸੁਣੀ ਆ ਕੋਈ ਐਉਂਦੀ ਜੀ ਕਿਤੇ ਨਹੀਂ ਹੁੰਦੀ ਸੀ ਕੋਈ ਵੀ ਹੈ ਜੇ ਮੈਂ ਸਿੱਖਾਂ ਮੈਂ ਕਿਤੇ ਹਿੰਦੂ ਦੇ ਮੰਦਿਰ ਜਾ ਕੇ ਕੋਈ ਕਰ ਦੂੰਗਾ ਇਹ ਦੇਖੋ ਕਿਸੇ ਸਾਜ਼ਿਸ਼ ਅਧੀਨ ਕੋਈ ਬੰਦਾ ਮਾੜਾ ਕੰਮ ਕਰਦਾ ਜੇ ਕਿਸੇ ਨੂੰ ਗਾਲ ਕੱਢਣੀ ਤਾਂ ਵੀ ਸੋਚਦਾ 100 ਵਾਰੀ ਵੀ ਯਾਰ ਜੇ ਤੂੰ ਵੀ ਹੋ ਜੇ ਫੇਰ ਵੀ ਮਨ 'ਤੇ ਹੋਆ ਐਡੀ ਵੱਡੀ ਘਟਨਾ ਨੂੰ ਅੰਜਾਮ ਦੇਣਾ ਇਹ ਕੋਈ ਛੋਟੀ ਗੱਲ ਨਹੀਂ ਇਹਦੇ ਗੈਲ ਆ ਇਹ ਜ਼ਰੂਰੀ ਨਹੀਂ ਹੋਰ ਵੀ ਕੰਮ ਕਰ ਸਕਦੀ ਤੀ ਉਹ ਮਰ ਸਕਦੀ ਤੀ ਆਪ ਦੁਨੀਆ ਮਰਦੀ ਹੈ ਦੇਖੋ ਪਾਗਲ ਦੇ ਲੱਗਣਾ ਮਰ ਗਿਆ ਇਹ ਤਾਂ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਅੱਗ ਲਾ ਕੇ ਜਾਣੀ ਆ ਫਿਰ ਉਹਨੂੰ ਇਹ ਕਿਵੇਂ ਪਤਾ ਵੀ ਬੋਤਲ ਵੀ ਮੈਂ ਰੱਖਾਂ ਬੋਤਲ ਫਿਰ ਲੈ ਕੇ ਵੀ ਸਬੂਤ ਨਾ ਮਿਲੇ ਵੀ ਲੋਕਾਂ ਨੂੰ ਇਹ ਹੋ ਜੇ ਵੀ ਜਿਹੜੀ ਅੱਗ ਲੱਗੀ ਆ ਸ਼ਾਰਟ ਸਰਕਟ ਕਾਰਨ ਲੱਗੀ ਆ ਵੀ ਸ਼ਾਰਟ ਹੋਇਆ ਤਾਂ ਲੱਗੀ ਆ ਉਹ ਤਾਂ ਹੀ ਲੈ ਗਈ ਉਹਨੂੰ ਕਿਵੇਂ ਕਮਲੀ ਮੰਨਾਂਗੇ ਆਪਾਂ ਇਹ ਤਾਂ ਵਧੀਆ ਰਹੇ ਉੱਥੇ ਸੱਟੀ ਜਾਂਦੀ ਬੋਤਲ ਸੱਟੀ ਜਾਂਦੀ ਆ ਪੈ ਜਾਂਦੀ ਮੱਚ ਜਾਂਦੀ ਆਪਾਂ ਕਹਿੰਦੇ ਵੀ ਦੇਖੋ ਵੀ ਪਾਗਲ ਔਰਤ ਨੂੰ ਅੱਗ ਲਾਤੀ ਮਰ ਗਈ ਉੱਥੇ ਇਹ ਤੋਂ ਦੇਖੋ ਅਸੀਂ ਪਿੰਡ ਨਿਵਾਸੀ ਆ ਜਿਹੜੇ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਸਹਿਯੋਗ ਅਸੀਂ ਹਰ ਇੱਕ ਦੇਵਾਂਗੇ ਸਾਨੂੰ ਇਨਸਾਫ ਦਿਵਾਇਆ ਜਾਵੇ ਇਹਦੀ ਬਰੀਕੀ ਤੇ ਜਾਂਚ ਕੀਤੀ ਜਾਵੇ ਉਹ ਤੋਂ ਪੁੱਛਿਆ ਜਾਵੇ ਵੀ ਕਿਹੜੇ ਬੰਦੇ ਨੇ ਕਿਹਨੇ ਕਰਾਇਆ ਕਿੱਥੋਂ ਕੀ ਤਾਕਤਾਂ ਨੇ ਦੇਖੋ ਆਪਾਂ ਨੂੰ ਪਤਾ ਇਹ ਕਈ ਇਹੋ ਜਿਹੀਆਂ ਤਾਕਤਾਂ ਲੱਗੀਆਂ ਨੇ ਜਿਹੜੇ ਆਪਣੇ ਪੰਜਾਬ 'ਚ ਮਾਹੌਲ ਖਰਾਬ ਕਰ ਰਹੇ ਨੇ ਇਹ ਮਾਹੌਲ ਖਰਾਬ ਨਾ ਹੋਵੇ ਆਪਣਾ ਪੰਜਾਬ ਆ ਜਿਹੜਾ ਖੁਸ਼ਹਾਲੀ ਨਾਲ ਵਸੇ ਤੇ ਮੈਂ ਤੁਹਾਨੂੰ ਇੱਕ ਹੋਰ ਦੱਸਣਾ ਚਾਹੁੰਦਾ ਸਾਡਾ ਇੱਕ ਨਾ ਨਗਰ ਆ ਜਿਹੜਾ ਛੋਟਾ ਜਿਹਾ ਨਗਰ ਆ ਇਹ 'ਚ ਮਤਲਬ ਕਿ ਅਸੀਂ ਛੋਟੇ ਜ਼ਿਮੀਂਦਾਰ ਆ ਕੋਈ ਵੱਡਾ ਜ਼ਿਮੀਂਦਾਰ ਨਹੀਂ ਹੈਗਾ ਉਰੇ ਤੇ ਇਹ ਇੱਥੇ SC ਭਾਈਚਾਰਾ ਵੀ ਬਹੁਤ ਜ਼ਿਆਦਾ ਆ ਜਿਹੜਾ ਇਹ ਅਸੀਂ ਸਾਰੇ ਭਾਈਚਾਰੇ ਨੇ ਰਲ ਕੇ ਗੁਰੂ ਘਰ ਬਹੁਤ ਔਖਾ ਗੁਰੂ ਘਰ ਬਣਾਇਆ ਸੀ ਇਹਦੇ ਵਿੱਚ ਜਿਹੜੇ ਸਮਾਨ ਲਾਇਆ ਬਹੁਤ ਔਖਾ ਲਾਇਆ ਸੀ ਸਾਨੂੰ ਹੁਣ ਇਹ ਹੋਇਆ ਸੀ ਵੀ ਯਾਰ ਆਏ ਵਾਰੀ ਢਾਲਾਂ ਪਾ ਕੇ ਬਹੁਤ ਔਖਾ ਹੋ ਗਿਆ ਗੁਰੂ ਦਾ ਘਰ ਬਣਾਇਆ ਸੀ ਅਸੀਂ ਵੀ ਗੁਰੂ ਘਰ ਦੇਖਿਆ ਬਹੁਤ ਲੱਖਾਂ ਰੁਪਏ ਲਾਏ ਹੋਏ ਸੀ ਬਹੁਤ ਸੋਹਣਾ ਬਣਾਇਆ ਹੋਇਆ ਸੀ ਪਿੰਡ ਦੇ ਵਿੱਚ ਆ ਇਹ ਵੀ ਆਪਾਂ ਮੰਨਦੇ ਹਾਂ ਕਿਤੇ ਚਲੋ ਬਾਹਰ ਹੁੰਦਾ ਘਟਨਾ ਨੂੰ ਅੰਜਾਮ ਦੇਣਾ ਕਿਤੇ ਨਾ ਕਿਤੇ ਉਹੀ ਗੱਲ ਉਹਨਾਂ ਨੂੰ ਪੂਰਾ ਪਤਾ ਸੀ ਕਿ ਕਿਵੇਂ ਘਟਨਾ ਨੂੰ ਅੰਜਾਮ ਦੇਣਾ ਕਿੱਥੋਂ ਦੀ ਜਾਈਏ ਕੌਣ ਉੱਥੇ ਹੈਗਾ ਕੌਣ ਨਹੀਂ ਹੈਗਾ ਇਹਦੇ ਨਾਲ ਹੀ ਹੋਇਆ ਨਾ ਦੇਖੋ ਇਹ ਕੋਈ ਤਾਕਤ ਤਾਂ ਹੈਗੀ ਹੈ ਜੀ ਇਹਨਾਂ ਨੂੰ ਬੇਖੌਫ ਅੱਗ ਲਾਉਣ ਲਈ ਪ੍ਰੇਰਿਤ ਕਰਤਾ ਇੱਕ ਪਿੰਡ ਦੇ ਵਿਚਾਲੇ ਗੁਰੂ ਘਰ ਆ 100 ਵਾਰੀ ਆਪਾਂ ਕਿਸੇ ਦੇ ਘਰੇ ਵੜਨ ਲੱਗੇ ਵੀ ਡਰਦੇ ਆ ਇਹ ਤੋਂ 100 ਡਰਦਾ ਦੇਖੋ ਉਹਨੂੰ ਵਰਤ ਕੇ ਕਿਸੇ ਨੇ ਕਾਰਾ ਕਰਾਇਆ ਫਿਰ ਅਸੀਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਨਗਰ ਆ ਜਿਹੜਾ ਸਾਡਾ ਸਬਰ 'ਚ ਬੈਠਾ ਇਹਨੂੰ ਸਬਰ ਨੂੰ ਪਰਖਿਓ ਨਾ ਤੁਸੀਂ ਇਹਦਾ ਇਨਸਾਫ ਕੱਢ ਕੇ ਸਾਨੂੰ ਦਿਓ ਕੱਲ੍ਹ ਤੱਕ ਇਹ ਨਾ ਹੋਵੇ ਵੀ ਅਸੀਂ ਇਸ ਤੋਂ ਬਾਅਦ ਕੋਈ ਹੋਰ
ਸਟੈਪ ਚੱਕੀ ਹੈ। ਸੋ ਪਿੰਡ ਵਾਸੀਆਂ ਦਾ ਪੂਰਾ ਰੋਸ ਆ, ਪੂਰੇ ਇਲਾਕੇ ਵਿੱਚ ਪੂਰੀ ਦੁਨੀਆ ਦੇ ਸਿੱਖਾਂ ਨੂੰ ਵੱਡਾ ਦੁੱਖ ਲੱਗਿਆ ਇਸ ਨਾਲ, ਕਿਉਂਕਿ ਘਟਨਾ ਬਹੁਤ ਹੀ ਦੁਖਦਾਈ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਸੜ ਕੇ ਸੁਆਹ ਹੋ ਚੁੱਕੇ ਹਨ। ਸਾਡੇ ਨਾਲ ਮੌਜੂਦ ਨੇ ਪਿੰਡ ਵਾਸੀ, ਕਰਾਂ ਗੱਲ। ਬਾਈ ਜੀ ਤੁਸੀਂ ਮੌਜੂਦ ਸੀ ਉਸ ਸਮੇਂ? ਗੁਰਪ੍ਰੀਤ ਜੀ ਮੌਜੂਦ ਸੀ ਉਸ ਸਮੇਂ ਤੁਸੀਂ? ਮੈਂ ਤਾਂ ਜਦੋਂ ਆਇਆ ਭਵਾਨੀਗੜ੍ਹ ਗਿਆ ਹੋਇਆ ਸੀਗਾ। ਉਸ ਤੋਂ ਬਾਅਦ ਜਦੋਂ ਮੈਨੂੰ ਆ ਕੇ ਪਤਾ ਲੱਗਾ ਫਾਇਰ ਬ੍ਰਿਗੇਡ ਦੀ ਗੱਡੀ ਖੜੀ ਸੀ ਮੌਕੇ ਤੇ। ਫਿਰ ਮੌਕੇ ਤੇ ਜਦੋਂ ਆ ਕੇ ਦੇਖਿਆ ਪਤਾ ਲੱਗਿਆ ਗੁਰੂ ਘਰੇ ਅੱਗ ਲੱਗ ਚੁੱਕੀ ਹੈ ਜੀ। ਤੇ ਮੈਂ ਵੀ ਆਇਆ ਨਾਲ, ਤੇ ਮੁੰਡਿਆਂ ਨੂੰ ਉਸ ਟਾਈਮ ਕਵਰ ਕਰ ਚੁੱਕੇ ਸੀਗੇ, ਬੁਝਾ ਲਈ ਸੀ ਅੱਗ ਨੂੰ। ਤੇ ਬਾਕੀ ਉਹ ਵੀਡੀਓ ਕੈਮਰੇ ਦੇ ਵਿੱਚ ਉਹ ਪਿੰਡ ਦੀ ਲੇਡੀਜ਼ ਜਿਹੜੀ ਆਈ ਹੈਗੀ, ਤੇ ਮਰ ਕੇ ਉਹਦੀ ਸੋਚੀ ਸਮਝੀ ਇਹ ਲੱਗਦੀ ਹੈ ਸਾਜ਼ਿਸ਼ ਪੂਰੀ। ਫਾਇਰ ਬ੍ਰਿਗੇਡ ਪਹੁੰਚ ਚੁੱਕੀ ਸੀ, ਬਾਕੀ ਸ਼ੀਸ਼ੇ ਤੋੜ ਕੇ ਅੰਦਰ ਫਿਰ ਐਂਟਰੀ? ਸ਼ੀਸ਼ੇ ਤੋੜ ਕੇ ਨਹੀਂ ਜੀ ਕਹਿ ਸਕਦੇ, ਤੋੜ ਕੇ ਤਾਂ ਮਤਲਬ ਕਿ ਭਰਾ ਅੱਗ ਹੀ ਇੰਨੇ ਜ਼ਿਆਦਾ ਹੋ ਗਈ ਸੀ ਕਿ ਮਤਲਬ ਕਿ ਦਰਵਾਜ਼ੇ ਖੋਲ ਪੱਟੇ ਤੇ ਸ਼ੀਸ਼ੇ ਆਪਣੇ ਆਪ ਫੁੱਟ ਗਏ ਸਾਰੇ, ਅੱਗ ਨਾਲ ਹੀ ਟੁੱਟੇ ਆ ਸਾਰੇ ਸ਼ੀਸ਼ੇ। ਇਹਦਾ ਫਿਰ ਪਿੰਡ ਦੇ ਮੁੰਡਿਆਂ ਨੇ ਖੁਦ ਮਤਲਬ ਕਿ ਆਪਣੇ ਆਪ ਹੀ ਅੱਗ ਬੁਝਾਈ ਹੈ, ਤੇ ਉਹਦੇ ਕਾਰਨ ਜੋ 6 ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੀਗੇ ਉਹ ਬਚ ਚੁੱਕੇ ਨੇ। ਇੱਕ ਸਰੂਪ ਸਾਡੇ ਅਗਨ-ਭੇਟ ਹੋ ਚੁੱਕੇ ਹੈ ਜੀ, ਜਿਹਦਾ ਸਾਡੇ ਪਿੰਡ ਵਾਸੀਆਂ ਨੂੰ ਬਹੁਤ ਜ਼ਿਆਦਾ ਅਫਸੋਸ ਹੈ ਜੀ। ਔਰ ਅਸੀਂ ਇਹਦਾ ਇਨਸਾਫ ਚਾਹੁੰਦੇ ਹਾਂ ਪੂਰਾ, ਮਤਲਬ ਕਿ ਇਹਦੇ ਪਿੱਛੇ ਕੋਈ ਨਾ ਕੁਛ ਤਾਂ ਹੈ, ਕਿਉਂਕਿ ਉਹ ਇਹਨੂੰ ਮੈਂਟਲੀ ਕਰਾ ਰਹੇ ਨੇ। ਜੇ ਕਹਿ ਦੇਣਾ ਉਹ ਚੀਜ਼ ਨਹੀਂ ਹੈ, ਪੂਰਾ ਸੋਚ ਸਮਝ ਕੇ ਆਈ ਸੀ ਉਹ। ਉਹਨੇ ਸਾਰੀ ਪਹਿਲਾਂ ਗਲੀਆਂ ਸਾਰੀਆਂ ਵਾਚ ਕੀਤੀਆਂ ਨੇ, ਜੋ ਕੈਮਰੇ ਦੇ ਵਿੱਚ ਦੇਖਿਆ ਜਾ ਰਿਹਾ। ਫਿਰ ਉਹ ਅੰਦਰ ਆਈ ਹੈ, ਫਿਰ ਉਹਨੇ ਆ ਕੇ ਕੋਈ ਮੱਥਾ ਨਹੀਂ ਟੇਕਿਆ, ਕੁਛ ਨਹੀਂ। ਉਹ ਪੂਰਾ ਹੀ ਮਾਨਸੀ ਹੋਈ ਸੀ, ਉਹ ਅੱਗ ਲਾ ਕੇ ਸਿੱਧਾ ਚਲੇ ਗਈ। ਅਸੀਂ ਤਾਂ ਇਹਦੀ ਇਨਸਾਫ ਦੀ ਮੰਗ ਚਾਹੁੰਦੇ ਹਾਂ ਪੂਰੀ, ਤੇ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਵੀ ਦਿਵਾਇਆ ਜੀ ਕਿ ਮਤਲਬ ਕਿ ਡਿਪਟੀ ਸਾਹਿਬ ਵੀ ਮਿਲੇ ਸੀ, ਉਹ ਕਹਿੰਦੇ ਸੀ ਇਹ ਉੱਤੇ ਪੂਰੀ ਕਾਰਵਾਈ ਕਰ ਰਹੇ ਹਾਂ। ਚਲੋ ਅਸੀਂ ਵੇਟ ਕਰ ਰਹੇ ਹਾਂ ਜੀ ਇਹਦੇ ਪਿੱਛੇ ਕੀ ਨਿਕਲਦਾ। ਸੋ ਪਿੰਡ ਵਾਸੀਆਂ 'ਚ ਪੂਰਾ ਰੋਸ ਆ ਤੇ ਕਹਿ ਰਹੇ ਨੇ ਕਿ ਇਨਸਾਫ ਦੀ ਮੰਗ ਕਰਦੇ ਆ। ਪੂਰੀ ਸੂਝ-ਬੂਝ ਵਾਲੀ ਔਰਤ ਆ ਉਹ, ਕੋਈ ਮੈਂਟਲੀ ਅਪਸੈਟ ਨਹੀਂ, ਕੁਛ ਨੇ ਇਹ ਗੱਲ ਨਹੀਂ ਆਪਾਂ ਕਹਿ ਸਕਦੇ। ਸੋ ਤਸਵੀਰਾਂ ਤੁਹਾਨੂੰ ਦੁਬਾਰਾ ਦਿਖਾ ਰਿਹਾ ਕਿ ਮੇਨ ਥੜਾ, ਜਿੱਥੇ ਥੜੇ ਤੇ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਦੇ ਪਹੁੰਚੇ ਹੋਏ ਨੇ। ਤਸਵੀਰਾਂ ਤੁਸੀਂ ਸਿੱਧੀਆਂ ਦੇਖੋ ਕਿ ਥੜਾ ਸਾਹਿਬ ਤੇ ਜੋ ਵੀ ਸਮਾਨ ਪਿਆ ਸੀ ਪੂਰਾ ਸੜ ਚੁੱਕਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਸਮੇਤ ਪਾਲਕੀ ਸਾਹਿਬ ਅਗਨ ਭੇਟ ਹੋ ਚੁੱਕੀ ਹੈ। ਬਹੁਤ ਮਾੜੀ ਤੇ ਦੁਖਦਾਈ ਘਟਨਾ। ਪਿੰਡ ਵਾਸੀਆਂ ਦਾ ਕਹਿਣਾ ਕਿ ਪੂਰੀ ਪਲੈਨਿੰਗ ਨਾਲ ਹੋਇਆ, ਵੱਡੀ ਸਾਜ਼ਿਸ਼ ਆ ਕੋਈ ਪਿੱਛੇ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪਾਂ ਨੂੰ ਅਗਨ ਭੇਟ ਕੀਤਾ ਗਿਆ, ਅੱਗ ਲਗਾਈ ਗਈ। ਪੂਰੀ ਸਾਜ਼ਿਸ਼ ਤਹਿਤ ਅੱਗ ਲਗਾਈ ਗਈ ਆ, ਕਿਉਂਕਿ ਤੇਲ ਦੀ ਬੋਤਲ ਉਹ ਔਰਤ ਲੈ ਕੇ ਆਈ ਆ, ਤੇਲ ਦੀ ਬੋਤਲ ਨਾਲ ਤੇਲ ਪਾਇਆ। ਉਸ ਤੋਂ ਬਾਅਦ ਉਹ ਤੇਲ ਦੀ ਬੋਤਲ ਨਾਲ ਲੈ ਕੇ ਵਾਪਸ ਚਲੀ ਗਈ। ਗੁਰਦੁਆਰਾ ਸਾਹਿਬ ਵਿੱਚ ਕੋਈ ਵੀ ਮੌਜੂਦ ਨਹੀਂ ਸੀ। ਉਸ ਤੋਂ ਬਾਅਦ ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਕਿ ਧੂੰਆਂ ਕਿਵੇਂ ਨਿਕਲ ਰਿਹਾ ਦਰਬਾਰ ਸਾਹਿਬ ਚੋਂ ਫਟਾਫਟ ਪਹੁੰਚੇ। ਫਾਇਰ ਬ੍ਰਿਗੇਡ ਦੀ ਗੱਡੀ ਵੀ ਮੰਗਵਾਈ, ਪਰ ਉਸ ਤੋਂ ਪਹਿਲਾਂ ਲੋਕਾਂ ਨੇ ਪਾਈਪ ਲੈ ਕੇ ਆਲੇ ਦੁਆਲੇ ਪਾਣੀ ਦਾ ਛਿੜਕਾਅ ਕਰਕੇ ਅੱਗ ਤੇ ਕਾਬੂ ਪਾਇਆ। ਤਸਵੀਰਾਂ ਸਿੱਧੀਆਂ ਤੁਸੀਂ ਦੇਖੋ ਕਿ ਅੱਗ ਕਿੰਨੀ ਤੇਜ਼ ਹੋਵੇਗੀ। ਜੋ ਉੱਪਰਲੇ ਏਸੀ ਬਿਲਕੁਲ ਸੜ ਕੇ ਸੁਆਹ ਹੋ ਗਏ। ਸੰਗਤ 'ਚ ਰੋਸ ਆ ਕਿ ਦੁਖਦਾਈ ਘਟਨਾ ਕਿਉਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸੋ ਤਸਵੀਰਾਂ ਤੁਸੀਂ ਸਿੱਧੀਆਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਜੌਲੀਆਂ ਦੇ ਆ। SHO ਗੁਰਦੀਪ ਸਿੰਘ ਸੰਧੂ ਵੀ ਮੌਜੂਦ ਨੇ, ਕਰਾਂਗੇ ਗੱਲਬਾਤ। ਸੰਧੂ ਸਾਹਿਬ, ਘਟਨਾ ਬਹੁਤ ਦੁਖਦਾਈ ਹੋਈ ਆ, ਕਿਵੇਂ ਲੱਗਦਾ ਤੁਹਾਨੂੰ? ਔਰਤ ਗ੍ਰਿਫਤਾਰ ਹੋ ਚੁੱਕੀ ਆ? ਸਾਨੂੰ ਪਤਾ ਲੱਗਿਆ ਸੀ, ਅਸੀਂ ਆ ਗਏ ਸੀ। ਪਿੰਡ ਵਾਲਿਆਂ ਨੇ, ਪਹਿਲੀ ਗੱਲ ਤਾਂ ਜਿਹੜੇ ਪਿੰਡ ਦੇ ਹੈਗੇ ਨਗਰ ਨਿਵਾਸੀ, ਉਹਨਾਂ ਦਾ ਬੜਾ ਸਹਿਯੋਗ ਸਾਨੂੰ ਮਿਲਿਆ। ਉਹਨਾਂ ਨੇ ਬਹੁਤ ਮਿਹਨਤ ਕਰਕੇ, ਫਾਇਰ ਬ੍ਰਿਗੇਡ ਕਰਕੇ ਇਹ ਅੱਗ 'ਤੇ ਕੰਟਰੋਲ ਪਾ ਲਿਆ। ਤੇ ਪਰੰਤੂ ਸਾਡੇ ਮਹਾਰਾਜ ਦੇ ਸਰੂਪ ਜਿਹੜੇ ਹੈਗੇ ਨੇ ਉਹ ਅਗਨੀ ਭੇਟ ਹੋਏ ਨੇਗੇ। ਉਹ ਔਰਤ ਹੈ ਜਿਹੜੀ, ਔਰਤ ਨੂੰ ਅਸੀਂ ਅਰੈਸਟ ਕਰ ਲਿਆ ਹੈਗਾ। ਉਹ ਅਰੈਸਟ ਕਰਕੇ ਉਹ ਤੋਂ ਅੱਗੇ ਇਹ ਜਿਹਦੇ 'ਤੇ ਲੱਗ ਰਿਹਾ ਵੀ ਉਸ ਔਰਤ ਨੇ ਕੁਝ ਕੀਤਾ ਹੈਗਾ, ਤਾਂ ਅੱਗੇ ਜਿਹੜੀ ਇਨਵੈਸਟੀਗੇਸ਼ਨ ਕਰਾਂਗੇ, ਅਸਲ ਕਾਰਨ ਕੀ ਉਹਦਾ ਪਤਾ ਕਰਾਂਗੇ। ਠੀਕ ਹੈ, ਜਾਣੀ ਕਿ ਤੁਸੀਂ ਤਫਤੀਸ਼ ਸ਼ੁਰੂ ਕਰ ਦਿੱਤੀ ਹੈ? ਕਰ ਦਿੱਤੀ ਹੈ ਜੀ, ਕਾਰਵਾਈ ਕਰਾਂਗੇ। ਇਹੋ ਜਿਹੀਆਂ ਘਟਨਾ ਤੇ ਤੁਹਾਨੂੰ ਪਤਾ ਬਰਦਾਸ਼ਤਯੋਗ ਹੈ ਹੀ ਨਹੀਂ ਕੀਆਂ ਹੈਗੀਆਂ। ਜਿੰਨੇ ਵੀ ਕੀਤੀ ਹੈ, ਜਿਸ ਤਰ੍ਹਾਂ ਹੋਈ ਹੈ, ਕਿਹੜੇ ਹਾਲਾਤਾਂ 'ਚ ਹੋਈ ਹੈ, ਇਨਵੈਸਟੀਗੇਸ਼ਨ ਕਰਕੇ ਬਣਦੀ ਉਹਨਾਂ ਨੂੰ ਪ੍ਰੋਪਰ ਸਜ਼ਾ ਦਵਾਈ ਜਾਏਗੀ। ਠੀਕ ਹੈ, ਬਾਕੀ CCTV ਫੁਟੇਜ ਆ ਜੋ ਸਾਰੀ ਤੁਹਾਡੇ ਕੋਲ ਪਹੁੰਚ ਚੁੱਕੀ ਆ? ਅਸੀਂ ਲੈ ਲਿਆ ਜੀ। ਅਜੇ ਤਾਂ ਜਿਹੜੀ ਹੈਗੀ ਇਹ ਇੱਕ ਵਾਰੀ ਕਰ ਰਹੇ ਹਾਂ ਕਿ ਇਹਨੂੰ ਜਿਹੜੀ ਸ਼ਾਂਤੀ ਰਹੇ ਬਣੀ ਰੱਖੇ। ਜਿਹੜੀ ਅਗਨ ਭੇਂਟ ਹੋਏ ਨੇ ਇਹਨਾਂ ਨੂੰ ਸਾਂਭ ਕੇ ਅਸੀਂ ਇਹਨਾਂ ਦੇ ਜਲ ਪ੍ਰਵਾਹ ਕਰੀਏ। ਬਾਕੀ ਜਿਹੜੀ ਕਾਰਵਾਈ ਉਹ ਕਰਾਂਗੇ। ਸਾਰੀ ਇਨਵੈਸਟੀਗੇਸ਼ਨ ਸਾਡੀ ਜਾਰੀ ਹੈ। SP ਸਾਹਿਬ ਆਏ ਨੇ, ਸਾਡੇ ਇੰਚਾਰਜ CIA ਟੀਮ, DSP ਭਵਾਨੀਗੜ੍ਹ, ਸਾਰੀ ਫੋਰਸ ਸਾਡੀ ਇੱਥੇ ਆ ਗਈ। ਟੀਮਾਂ ਬਣ ਕੇ ਅਸੀਂ ਵੱਖ-ਵੱਖ ਐਂਗਲਾਂ ਤੋਂ ਇਹ ਚੈੱਕ ਕਰ ਰਹੇ ਹਾਂ। ਠੀਕ ਹੈ, ਸੋ ਇਹ ਸਨ SHO ਗੁਰਦੀਪ ਸਿੰਘ ਸੰਧੂ ਭਵਾਨੀਗੜ੍ਹ ਤੋਂ ਨੇ। ਸੋ ਪੂਰੀ ਪੁਲਿਸ ਟੀਮ ਪਹੁੰਚ ਚੁੱਕੀ ਆ, DSP ਪਹੁੰਚ ਚੁੱਕੇ ਨੇ, ਪੂਰਾ ਪ੍ਰਸ਼ਾਸਨ ਪੱਬਾਂ ਭਾਰਾਂ ਤੇ ਕਹਿ ਰਹੇ ਨੇ ਕਿ ਪੂਰੀ ਤਫਤੀਸ਼ ਕਰਾਂਗੇ। ਤਫਤੀਸ਼ ਕਰਨ ਤੋਂ ਬਾਅਦ ਹੀ ਪਤਾ ਲੱਗ ਪਾਊਗਾ ਕਿ ਕੀ ਸਾਜ਼ਿਸ਼ ਆ। ਸੋ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਤੇਜਾ ਸਿੰਘ ਕਮਾਲਪੁਰ ਮੌਜੂਦ ਨੇ। ਕਮਾਲਪੁਰ ਜੀ,
ਕਿਵੇਂ ਦੇਖਦੇ ਹੋ? ਕਿੰਨੀ ਦੁਖਦਾਈ ਘਟਨਾ ਹੋਈ ਆ, ਸੰਗਤ ਚ ਰੋਸ ਆ, ਕੀ ਲੱਗਦਾ ਕਿੱਡੀ ਕੁ ਵੱਡੀ ਸਾਜ਼ਿਸ਼ ਆ ਇਹ? ਇਹ ਜਿਹੜੀ ਘਟਨਾ ਹੈਗੀ ਹੈ, ਮੈਂ ਸਮਝਦਾ ਕਿ ਬਹੁਤ ਹੀ ਦੁਖਦਾਈ ਘਟਨਾ ਹੈ। ਬਾਕੀ ਦਿਲ ਨੂੰ ਬਹੁਤ ਠੇਸ ਪਹੁੰਚੀ ਹੈ ਇੱਥੇ ਆ ਕੇ ਤੇ ਦੇਖ ਕੇ ਗੁਰੂ ਸਾਹਿਬ ਨੂੰ ਜਿਹੜੇ ਅਗਨੀ ਭੇਟ ਹੋਏ ਨੇ। ਮੈਂ ਸਮਝਦਾ ਕਿ ਮੇਰੀ ਜ਼ਿੰਦਗੀ 'ਚ ਕਦੇ ਕੋਈ ਇਦੋਂ ਮਾੜਾ ਸਮਾਂ ਨਹੀਂ ਆਇਆ। ਤੇ ਇਹ ਘਟਨਾ ਜਿਹੜੀ ਹੋਈ ਹੈ, ਜਿੱਥੋਂ ਭਾਵੇਂ ਮੈਂ ਹੁਣੀ ਆਇਆ, ਜਿਸ ਤਰ੍ਹਾਂ ਪਤਾ ਲੱਗਿਆ ਕਿ ਇੱਥੋਂ ਹੀ ਕੋਈ ਔਰਤ ਸੀ ਜਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਤੇ ਮੈਂ ਸਮਝਦਾ ਕਿ ਇਸ ਤਰ੍ਹਾਂ ਦਾ ਜਿਹੜੇ ਲੋਕ ਇਸ ਤਰ੍ਹਾਂ ਦਾ ਕਾਰਾ ਕਰਦੇ ਨੇ ਤੇ ਉਹਨਾਂ ਨੂੰ ਗੁਰੂ ਸਾਹਿਬ ਤਾਂ ਅਕਾਲ ਪੁਰਖ ਤਾਂ ਸਜ਼ਾ ਦੇਣਗੇ। ਤੇ ਸਾਨੂੰ ਵੀ, ਸਾਡੀਆਂ ਸਰਕਾਰਾਂ ਨੂੰ ਵੀ, ਤੇ ਸਾਨੂੰ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਬਿਲਕੁਲ ਜੀ। ਇੱਕ ਮੈਂ ਸਮਝਦਾ ਕਿ ਮਾੜੇ ਹਾਲਾਤ ਨੇ ਜਿਹੜੇ ਪੰਜਾਬ ਦਾ, ਇਸ ਤਰ੍ਹਾਂ ਦਾ ਕੁਝ ਸ਼ਰਾਰਤੀ ਲੋਕਾਂ ਨੇ ਮਾਹੌਲ ਜਿਹੜਾ ਕ੍ਰੀਏਟ ਕੀਤਾ ਹੈ, ਇੱਕ ਮਾਹੌਲ ਦਾ ਹਿੱਸਾ ਹੈ ਪਿਛਲੇ ਸਮੇਂ ਤੋਂ ਲੈ ਕੇ। ਉਸ ਮਾਹੌਲ ਦੇ ਹਿੱਸੇ ਵਿੱਚ ਜਿਸ ਕਿਸੇ ਨੂੰ ਕੋਈ ਹੋਰ ਕੋਈ ਮਾੜਾ ਕੰਮ ਨਾ ਕਰਨ ਨੂੰ ਮਿਲੇ ਤਾਂ ਇਸ ਪਾਸੇ ਨੂੰ ਆ ਜਾਂਦਾ ਹੈ। ਬਿਲਕੁਲ ਕਮਾਲਪੁਰ ਜੀ, ਉਹੀ ਦੇਖਦੇ ਆ ਕਿਵੇਂ ਦੇ ਹਾਲਾਤ ਹੋ ਗਏ, ਕਿਵੇਂ ਦਾ ਮਾਹੌਲ ਹੋ ਗਿਆ। ਧਰਮ ਸਾਰੇ ਸਤਿਕਾਰਯੋਗ ਨੇ, ਕਿਵੇਂ ਦੀਆਂ ਇਹ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ। ਇਹ ਧਾਰਮਿਕ ਭਾਵਨਾਵਾਂ ਭੜਕਾ ਕੇ ਕੋਈ ਦੰਗੇ ਕਰਾਉਣ ਵਾਲੀ ਉਹ ਗੱਲ ਕਹਿ ਸਕਦੇ ਹਾਂ ਆਪਾਂ, ਕਿਤੇ ਨਾ ਕਿਤੇ ਆਪਸ ਵਿੱਚ ਧਾਰਮਿਕ ਮਤਲਬ ਸਿੱਖਾਂ ਨੂੰ ਕਿਸੇ ਨਾਲ ਲੜਾਉਣ ਦੀ ਗੱਲਬਾਤ ਇਹੀ ਆ ਰਹੀ ਹੈ ਸਾਹਮਣੇ। ਨਹੀਂ ਦੇਖੋ ਜੀ, ਇਹ ਤਾਂ ਮੈਂ ਤਾਂ ਸਮਝਦਾ ਕਿ ਇਹਨਾਂ ਘਟਨਾਵਾਂ ਦੇ ਪਿੱਛੇ ਬਹੁਤ ਕੁਝ ਹੈ। ਜਿੱਥੋਂ ਇਹ ਘਟਨਾਵਾਂ ਲੋਕਾਂ ਦੇ ਜੀਣ ਦੇ ਵਿੱਚ ਆਈਆਂ ਨੇ, ਇਹ ਬਹੁਤੇ ਲੰਮੇ ਸਮੇਂ ਤੋਂ ਨਹੀਂ, ਥੋੜ੍ਹੇ ਸਮੇਂ ਤੋਂ ਹੀ ਆਈਆਂ ਨੇ। ਕਦੇ ਪਹਿਲਾਂ ਵੀ ਅਸੀਂ ਜ਼ਿੰਦਗੀ 'ਚ ਬੜਾ ਦੇਖਿਆ, ਕਦੇ ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਸੀ। ਇਹ ਵੀ ਕਿਸੇ ਨਾ ਕਿਸੇ ਤਰ੍ਹਾਂ ਕਿ ਜਿਹੜੀ ਸਿੱਖਾਂ ਦੀ ਹੋਂਦ ਹੈ ਤੇ ਜਿਹੜੀ ਸਿੱਖਾਂ ਨੂੰ ਤਾਕਤ ਮਿਲਦੀ ਹੈ, ਉਹ ਗੁਰੂ ਘਰਾਂ ਦੇ ਵਿੱਚੋਂ ਮਿਲਦੀ ਹੈ, ਗੁਰੂ ਗ੍ਰੰਥ ਸਾਹਿਬ ਦੀ ਤੋਂ ਸੇਧ ਮਿਲਦੀ ਹੈ। ਉਹ ਤਾਕਤ ਕਰਕੇ ਅੱਜ ਸਾਰੇ ਸੰਸਾਰ ਦੇ ਉੱਤੇ ਜਿਹੜਾ ਸਿੱਖਾਂ ਦਾ ਨਾਂ ਗਿਆ ਹੈ, ਭਾਵੇਂ ਕੋਈ ਸਮਾਜ ਸੇਵਾ ਦੀ ਗੱਲ ਹੋਵੇ, ਭਾਵੇਂ ਹੋਰ ਕੋਈ ਵੀ ਗੱਲ, ਬਹਾਦਰੀ ਦੀ ਗੱਲ ਹੋਵੇ, ਤੇ ਉਹ ਬਹੁਤ ਵੱਡਾ ਸਿੱਖਾਂ ਦਾ ਅੱਜ ਸਤਿਕਾਰ ਜਿਹੜਾ ਦੁਨੀਆ ਦੇ ਵਿੱਚ ਹੋਇਆ ਸੀ, ਕਿਤੇ ਨਾ ਕਿਤੇ ਉਹ ਏਜੰਸੀਆਂ ਉਹ ਸਤਿਕਾਰ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਸਾਡੇ ਦੇਸ਼ ਵਿੱਚ ਵੀ ਔਰ ਸਾਡੇ ਸੂਬੇ ਵਿੱਚ ਵੀ। ਤੇ ਕਈ ਮੈਂ ਸਮਝਦਾ ਕਿ ਆਪਣੀ ਰਾਜਨੀਤੀ ਦਾ ਲਾਹਾ ਵੀ ਜਿਹੜਾ ਬੇਅਦਬੀਆਂ ਦੇ ਮਸਲੇ ਤੋਂ ਜਿਹੜੀਆਂ ਪਾਰਟੀਆਂ ਲੈਣਾ ਚਾਹੁੰਦੀਆਂ ਨੇ, ਉਹ ਵੀ ਉਹਨਾਂ ਦੇ ਵਿੱਚ ਮੈਂ ਕਹਿੰਦਾ ਕਸੂਰਵਾਰ ਨੇ ਗੀਆਂ। ਤੇ ਜਿਹੜੇ ਲੋਕ ਇਸ ਤਰ੍ਹਾਂ ਦਾ ਕਾਰਨਾਮੇ ਕਰਦੇ ਨੇ, ਉਹ ਪਤਾ ਨਹੀਂ ਕਿਸ ਤਰ੍ਹਾਂ ਉਹਨਾਂ ਏਜੰਸੀਆਂ ਦੇ ਹੱਥਾਂ ਵਿੱਚ ਖੇਡਦੇ ਨੇ ਤੇ ਉਹਨਾਂ ਏਜੰਸੀਆਂ ਦੇ ਵਿੱਚੋਂ ਪਤਾ ਨਹੀਂ ਉਹਨਾਂ ਤੋਂ ਕੀ ਲੈਂਦੇ ਨੇ, ਤੇ ਉਹ ਇੰਨੀਆਂ ਮਾੜੀਆਂ ਘਟਨਾਵਾਂ ਨੂੰ ਜਿਹੜੇ ਅੰਜਾਮ ਦਿੰਦੇ ਨੇ। ਇਹਦੇ ਉੱਤੇ ਮੈਂ ਸਮਝਦਾ ਕਿ ਹੁਣ ਸਰਕਾਰ ਨੂੰ ਬਹੁਤ ਸਖਤ ਹੋਣ ਦੀ ਲੋੜ ਹੈ ਤੇ ਸਾਨੂੰ ਲੋਕਾਂ ਨੂੰ ਵੀ ਸਖਤ ਹੋਣ ਦੀ ਲੋੜ ਹੈ। ਇਹ ਆਰ ਪਾਰ ਦੀ ਲੜਾਈ ਲੜਨ ਦੀ ਲੋੜ ਹੈ ਹੁਣ। ਤੇ ਜਦੋਂ ਸਾਡੇ ਗੁਰੂ ਸਾਹਿਬ ਨੂੰ ਹੀ ਦੇ ਖਿਲਾਫ ਹੀ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਬਣਨ ਲੱਗੀਆਂ, ਮੈਂ ਸਮਝਦਾ ਕਿ ਸਿੱਖ ਕੌਮ ਦੇ ਖਿਲਾਫ ਹੀ ਇਹ ਸਾਜ਼ਿਸ਼ ਹੈ। ਤੇ ਜੇ ਅਸੀਂ ਇਹਨੂੰ ਅੱਜ ਵੀ ਕਿਸੇ ਤਰ੍ਹਾਂ ਕੋਈ ਢਿੱਲ ਮੱਠ ਕਰਾਂਗੇ, ਇਹਦੇ ਵਿੱਚ ਇਹਨੂੰ ਫੇਸ ਨਹੀਂ ਕਰਾਂਗੇ, ਤਾਂ ਇਹਦੇ ਰਿਜ਼ਲਟ ਹੋਰ ਵੀ ਭੈੜੇ ਨਿਕਲਣਗੇ। ਵੈਸੇ ਕਮਾਲਪੁਰ ਜੀ, ਤੁਸੀਂ ਦੇਖਿਆ ਥੜਾ ਸਾਹਿਬ ਪੂਰਾ ਨੁਕਸਾਨਿਆ ਗਿਆ, ਬਿਲਕੁਲ ਨੁਕਸਾਨ ਹੋਇਆ ਪਿਆ ਪੂਰਾ ਸਾਰਾ ਕੁਝ। ਜੋ ਵੀ ਥੜੇ ਸਾਹਿਬ ਤੇ ਹੈਗਾ ਸੀ, ਪਾਲਕੀ ਸਾਹਿਬ ਵਿੱਚੇ ਸੀ, ਸਾਰੀ ਰਾਖ ਬਣ ਗਈ। ਦਰਬਾਰ ਸਾਹਿਬ ਦੇ ਵਿੱਚ ਜਿਹੜਾ ਥੜਾ ਸਾਹਿਬ ਸੀ, ਜਿੱਥੇ ਗੁਰੂ ਮਹਾਰਾਜ ਦੇ ਪ੍ਰਕਾਸ਼ ਸੀਗੇ, ਉਹ ਤਾਂ ਸਾਰਾ ਹੀ ਅਗਨੀ ਭੇਟ ਹੋ ਗਿਆ, ਕਿਉਂਕਿ ਇੱਥੋਂ ਹੀ ਅੱਗ ਉਸ ਜਿਹੜੀ ਔਰਤ ਨੇ ਸ਼ੁਰੂ ਕੀਤੀ ਹੈ। ਤੇ ਗੁਰੂ ਗ੍ਰੰਥ ਸਾਹਿਬ ਜਿਹੜੇ ਇੱਥੇ ਸੁਯੋਗਤ ਸੀਗੇ, ਪ੍ਰਕਾਸ਼ ਸੀ ਜਿਨ੍ਹਾਂ ਦਾ, ਉਹ ਅਗਨੀ ਭੇਟ ਹੋ ਗਏ। ਤੇ ਨਾਲ ਹੀ ਸੱਚਖੰਡ ਵੀ ਉੱਪਰ ਹੈ, ਤੇ ਉਹ ਸਾਰੀ ਅੱਗ ਸੱਚਖੰਡ 'ਚ ਗਈ, ਦਰਬਾਰ ਸਾਹਿਬ 'ਚ ਗਈ। ਪਰ ਮੈਂ ਇਹਨਾਂ ਲੋਕਾਂ ਦਾ, ਇਸ ਨਗਰ ਦੇ ਆਗੂ ਸਾਹਿਬਾਨਾਂ ਦਾ, ਨੌਜਵਾਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਇਹਨਾਂ ਨੇ ਬੜੀ ਮੌਕੇ ਸਿਰ ਹਿੰਮਤ ਕਰਕੇ, ਭਾਵੇਂ ਉੱਪਰ ਸੱਚਖੰਡ ਵੀ ਸਾਰਾ ਮੱਚ ਗਿਆ, ਪਰ ਉੱਥੋਂ 6 ਗੁਰੂ ਸਾਹਿਬ ਦੇ ਸਰੂਪ ਸੀਗੇ ਜਿਹੜੇ, ਉਹ ਉਹਨਾਂ ਨੇ ਬਿਲਕੁਲ ਸਾਬਤ ਸੂਰਤ ਉੱਥੋਂ ਬਚਾ ਕੇ ਬਾਹਰ ਕੱਢ ਲਏ। ਤੁਸੀਂ ਵੀ ਪਹੁੰਚੇ ਹੋ। ਬਾਕੀ ਹੁਣ ਰਾਖ ਨੂੰ ਉਧਰ ਤਸਵੀਰਾਂ ਵੀ ਤੁਹਾਨੂੰ ਦਿਖਾਉਣੇ ਆ ਕਿ ਇਹ ਰਾਖ ਹੁਣ ਇਕੱਠੀ ਕੀਤੀ ਜਾ ਰਹੀ ਆ ਇੱਥੇ ਕਮਾਲਪੁਰ ਜੀ। ਹਾਂਜੀ, ਇਹ ਜੋ ਮਰਿਆਦਾ ਹੈ, ਭਾਵੇਂ ਪੁਲਿਸ ਨੇ ਵੀ ਮੈਨੂੰ ਹੁਣੀ SHO ਸਾਹਿਬ ਨੇ ਦੱਸਿਆ ਹੈ ਕਿ ਅਸੀਂ ਆਪਣੀ ਕਾਰਵਾਈ ਸਾਰੀ ਮੁਕੰਮਲ ਕੀਤੀ ਹੈ। ਤੇ ਇਸ ਤਰ੍ਹਾਂ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਪ੍ਰਚਾਰਕਾਂ ਦੀਆਂ ਵਿਸ਼ੇਸ਼ ਡਿਊਟੀਆਂ ਲੱਗੀਆਂ ਨੇ, ਸਾਡੇ ਮੈਨੇਜਰਾਂ ਦੀਆਂ ਡਿਊਟੀਆਂ ਲੱਗੀਆਂ ਨੇ, ਉਹ ਸਾਰੇ ਇੱਥੇ ਕੰਮ ਕਰ ਰਹੇ ਨੇ। ਤੇ ਉਹ ਆਪਣੀ ਆਪਣੀ ਜ਼ਿੰਮੇਵਾਰੀ ਜੋ ਸਾਡਾ ਬਣਦਾ ਹੈ, ਭਾਵੇਂ ਉਹ ਕੋਈ ਕਾਰਵਾਈ ਦੀ ਲੋੜ ਹੋਵੇ, ਭਾਵੇਂ ਸਾਡੀ ਕੋਈ ਮਰਿਆਦਾ ਦੀ ਗੱਲ ਹੋਵੇ, ਉਹਦੇ ਮੁਤਾਬਕ ਸਾਰੇ ਇਹ ਕਾਰਜ ਪੂਰੇ ਕੀਤੇ ਜਾ ਰਹੇ ਨੇ।
ਪਹਿਲਾਂ ਵੀ ਬੇਅਦਬੀਆਂ ਕਮਾਲਪੁਰ ਜੀ ਹੋਈਆਂ ਨੇ, ਕਿਤੇ ਨਾ ਕਿਤੇ ਸਰਕਾਰ ਤੋਂ ਮਤਲਬ ਇਨਵੈਸਟੀਗੇਸ਼ਨ ਦੀ ਘਾਟ ਰਹਿੰਦੀ ਆ। ਤੁਹਾਨੂੰ ਕੀ ਲੱਗਦਾ ਵੀ ਐਵੇਂ ਜਿਹੀਆਂ ਘਟਨਾਵਾਂ ਤਾਂ ਰੁਕਣਗੇ ਜੇ ਸਖਤ ਕਾਰਵਾਈਆਂ ਹੋਣ? ਸੋਚੇ ਅਗਲਾ ਵੀ ਕੱਲ ਨੂੰ ਇਹੋ ਜਿਹੇ ਕੰਮ 'ਚ ਜੇ ਆਪਾਂ ਫਸ ਗਏ ਤਾਂ ਸਿੱਧੀ ਮੌਤ ਦੀ ਸਜ਼ਾ, ਵੀ ਸਜ਼ਾਵਾਂ ਸਖਤ ਹੋਣੀਆਂ ਨਹੀਂ ਚਾਹੀਦੀਆਂ। ਨਹੀਂ, ਮੈਂ ਇਸ ਗੱਲ ਨੂੰ ਦੋਸ਼ੀ ਸਰਕਾਰਾਂ ਨੂੰ ਵੀ ਮੰਨਦਾ ਤੇ ਮੈਂ ਪ੍ਰਸ਼ਾਸਨਾਂ ਨੂੰ ਵੀ ਮੰਨਦਾ, ਮੈਂ ਇਨਕੁਆਇਰੀਆਂ ਕਰਨ ਵਾਲਿਆਂ ਨੂੰ ਵੀ ਮੰਨਦਾ ਕਿ ਜਿਹੜੀਆਂ ਪਾਰਟੀਆਂ ਨੂੰ ਵੀ ਮੈਂ ਕਸੂਰਵਾਰ ਮੰਨਦਾ ਕਿ ਇਹ ਪਾਰਟੀਆਂ ਇਹਦੇ ਸੱਚ ਤੱਕ ਜਾਣ ਦੀ ਬਜਾਏ ਆਪਣੀ ਰਾਜਨੀਤੀ ਖੇਡਣ ਲੱਗ ਜਾਂਦੀਆਂ ਨੇ ਬੇਅਦਬੀ 'ਤੇ। ਸਭ ਤੋਂ ਮਾੜੀ ਗੱਲ ਇਹੀ ਹੈ ਕਿ ਪਾਰਟੀਆਂ, ਭਾਵੇਂ ਸਰਕਾਰ ਹੈ ਅੱਜ, ਉਹਨੇ ਵੀ ਹਮੇਸ਼ਾ ਬੇਅਦਬੀ 'ਤੇ ਸਿਆਸਤ ਕੀਤੀ ਹੈ। ਉਹ ਸਿਆਸਤ ਦਾ ਖਵਾਜਾ ਹੀ ਅਸੀਂ ਸਾਰੇ ਮਤਲਬ ਭੁਗਤ ਰਹੇ ਹਾਂ। ਮੈਨੂੰ ਇਹ ਲੱਗਦਾ ਕਿ ਸਾਨੂੰ ਹੋਰ ਬਹੁਤ ਤਰੀਕੇ ਨੇ ਸਿਆਸਤ ਕਰਨ ਦੇ, ਤੇ ਉਹਨਾਂ ਨੂੰ ਸਿਆਸਤ ਜਿਹੜੀ ਕਰਨੀ ਚਾਹੀਦੀ ਹੈ ਹੋਰ ਤਰੀਕੇ ਤੇ ਕਰਨੀ ਚਾਹੀਦੀ ਹੈ। ਬੇਅਦਬੀ 'ਤੇ ਜਿਹੜੀਆਂ ਪਾਰਟੀਆਂ ਸਿਆਸਤ ਕਰਦੀਆਂ ਨੇ, ਤੇ ਜਿਸ ਤਰ੍ਹਾਂ ਆਮ ਪਾਰਟੀ ਹੈ ਜਾਂ ਕਾਂਗਰਸ ਪਾਰਟੀ ਹੈ, ਇਹਨਾਂ ਨੇ ਬੇਅਦਬੀ ਨੂੰ ਹਮੇਸ਼ਾ ਉਛਾਲਿਆ, ਲੋਕਾਂ ਨੂੰ ਉਤਸ਼ਾਹ ਕੀਤਾ ਤੇ ਫਿਰ ਸਰਕਾਰ ਕਾਂਗਰਸ ਦੀ ਹੈ, ਇਹਨਾਂ ਨੇ ਆਪਣੇ ਹਿੱਤ ਵਾਸਤੇ, ਪਾਰਟੀ ਦੇ ਹਿੱਤ ਵਾਸਤੇ ਬੇਅਦਬੀਆਂ ਨੂੰ ਆਪਣਾ ਵਰਤਿਆ, ਸਿਆਸਤ ਦੇ ਤੌਰ ਤੇ ਵਰਤਿਆ। ਜਿਹੜੀ ਸਭ ਤੋਂ ਮਾੜੀ ਘਟਨਾ ਇਹ ਵੀ ਇੱਕ ਬਹੁਤ ਵੱਡੀ, ਜਿੰਨੀ ਅੱਜ ਬੇਅਦਬੀ ਦੇ ਲਈ ਸਾਨੂੰ ਦੁੱਖ ਹੈ, ਉਨਾ ਹੀ ਦੁੱਖ ਸਾਨੂੰ ਇਸ ਗੱਲ ਤੇ ਹੈ ਕਿ ਜਿਹੜੀਆਂ ਪਾਰਟੀਆਂ ਨੇ ਜਾਂ ਸਰਕਾਰ ਹੈ, ਇਹ ਵੀ ਬੇਅਦਬੀ ਦਾ ਜਿਹੜਾ ਸਿਆਸਤ ਤੌਰ ਤੇ ਲਾਹਾ ਲੈਂਦੀਆਂ ਨੇ। ਇਹ ਵੀ ਬਹੁਤ ਮਾੜੀ ਗੱਲ ਹੈ। ਇਹੀ ਕਾਰਨ ਹੈ ਕਿ ਘਟਨਾਵਾਂ ਬਾਰ-ਬਾਰ ਮਤਲਬ ਜਿਹੜੀਆਂ ਹੁੰਦੀਆਂ ਨੇ। ਬਿਲਕੁਲ, ਸੀਸੀਟੀਵੀ ਫੁਟੇਜ ਆ ਗਈ, ਸਭ ਕੁਝ ਪਤਾ ਲੱਗ ਗਿਆ ਕਿ ਔਰਤ ਆ। ਤੁਹਾਨੂੰ ਕੀ ਲੱਗਦਾ ਪੂਰੀ ਤਫਤੀਸ਼ ਹੋ ਕੇ ਪੂਰੀ ਕਾਰਵਾਈ ਹੋਵੇ ਇਸ ਘਟਨਾ? ਨਹੀਂ, ਮੈਨੂੰ ਤਾਂ ਇਹ ਲੱਗਦਾ ਹੈ ਵੀ ਜੇ ਕੋਈ ਇਹਦੀ ਹੋਰ ਕਿਸ ਤਰ੍ਹਾਂ ਇਨਕੁਆਇਰੀ ਕਰਕੇ ਜਾਂ ਇਸ ਨੂੰ ਖਰਾਬ ਤਾਂ ਕਰ ਸਕਦੇ ਨੇ, ਲੇਕਿਨ ਐਡੀ ਵੱਡੀ ਗੱਲ ਸਾਫ਼ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਉਹ ਔਰਤ ਅੱਗ ਲਾਉਂਦੀ, ਤੇਲ ਪਾਉਂਦੀ, ਉਹ ਸਾਰਾ ਕੁਝ ਆ ਗਿਆ ਔਰ ਉਹ ਮੰਨ ਵੀ ਗਈ ਹੈ, ਅਰੈਸਟ ਵੀ ਹੋ ਗਈ ਹੈ। ਤੇ ਹੁਣ ਤਾਂ ਉਹਦੇ ਉੱਤੇ ਮੈਂ ਤਾਂ ਸਮਝਦਾ ਕਿ ਸਖਤ ਕਾਰਵਾਈ ਕਰਨ ਦੀ ਲੋੜ ਹੈ। ਜੇਕਰ ਇਹਨਾਂ ਨੂੰ ਅਸੀਂ, ਜਿਸ ਤਰ੍ਹਾਂ ਸਰਕਾਰ ਦੀ ਨੀਅਤ ਹੁੰਦੀ ਹੈ ਕਿ ਹਰ ਬੇਅਦਬੀ ਦੇ ਮਸਲੇ ਨੂੰ ਇਨਕੁਆਇਰੀਆਂ ਲਾ ਕੇ ਉਹਨਾਂ ਅਫਸਰਾਂ ਨੂੰ ਆਪਣੇ ਹਿੱਤ ਵਿੱਚ ਵਰਤ ਕੇ ਤੇ ਲੋਕਾਂ ਵਿੱਚ ਉਹ ਬੇਅਦਬੀ ਦਾ ਲਾਹਾ ਲੈ ਕੇ ਉਹ ਕਰਦੀਆਂ ਨੇ, ਜਦੋਂ ਉਦੋਂ ਨੁਕਸਾਨ ਹੈ। ਜਿਵੇਂ ਇਹ ਹੈ, ਹੁਣ ਇਹ 'ਚ ਕੀ ਰਹਿ ਗਿਆ? ਉਹ ਤਾਂ ਔਰਤ ਵੀ ਅਰੈਸਟ ਹੋ ਗਈ, ਸਾਹਮਣੇ ਕੈਮਰਾ ਵੀ ਆ ਗਿਆ, ਲੋਕ ਵੀ ਮੰਨਦੇ ਨੇ, ਇਸ ਪਿੰਡ ਦੇ ਲੋਕਾਂ ਨੇ ਸਾਰਾ ਕੁਝ ਦੱਸਿਆ, ਤੇ ਹੁਣ ਤਾਂ ਉਹਨੂੰ ਉਹ 'ਤੇ ਕਾਰਵਾਈ ਕਰਨ ਦੀ ਲੋੜ ਹੈ। ਸੋ ਇਹ ਸਨ ਤੇਜਾ ਸਿੰਘ ਕਮਾਲਪੁਰ ਜੋ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਜੌਲੀਆਂ ਦੇ ਦਰਬਾਰ ਸਾਹਿਬ 'ਚ। ਅਸੀਂ ਮੌਜੂਦ ਹਾਂ ਜਿੱਥੇ ਦੁਖਦਾਈ ਘਟਨਾ ਹੋਈ। ਇੱਥੇ ਐਸਜੀਪੀਸੀ ਦੀਆਂ ਟੀਮਾਂ ਵੀ ਪਹੁੰਚ ਰਹੀਆਂ ਨੇ, ਕਮੇਟੀਆਂ ਵੀ ਪਹੁੰਚ ਰਹੀਆਂ ਨੇ ਕਿ ਦੁਖਦਾਈ ਘਟਨਾ ਕਿਵੇਂ ਹੋਈ। ਸੋ ਤੁਹਾਨੂੰ ਤਸਵੀਰਾਂ ਫੇਰ ਦੁਬਾਰਾ ਦਿਖਾਉਂਦੇ ਹਾਂ ਕਿ ਸਾਹਮਣੇ ਦੇਖੋ ਜੋ ਥੜਾ ਸਾਹਿਬ ਦੀ ਰਾਖ ਆ ਉਹ ਇਕੱਠੀ ਕੀਤੀ ਜਾ ਰਹੀ ਆ, ਕਿਉਂਕਿ ਥੜਾ ਸਾਹਿਬ 100% ਸੜ ਕੇ ਸੁਆਹ ਹੋ ਚੁੱਕਿਆ, ਰਾਖ ਬਣ ਚੁੱਕਿਆ। ਪਾਲਕੀ ਸਾਹਿਬ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਸਨ। ਦੁਖਦਾਈ ਘਟਨਾ ਨਾਲ ਸੰਗਤ 'ਚ ਪੂਰਾ ਰੋਸ ਆ, ਆਲੇ ਦੁਆਲੇ ਪਿੰਡਾਂ 'ਚ, ਇਲਾਕੇ 'ਚ, ਜ਼ਿਲ੍ਹਿਆਂ 'ਚ, ਪੂਰੇ ਸੂਬੇ, ਪੂਰੇ ਦੇਸ਼ ਦੇ ਸਿੱਖਾਂ 'ਚ ਪੂਰਾ ਰੋਸ ਆ ਕਿ ਕਿਉਂ ਐਵੇਂ ਦੀਆਂ ਦੁਖਦਾਈ ਘਟਨਾਵਾਂ ਹੁੰਦੀਆਂ ਨੇ, ਕਿਉਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸੋ ਆਗੂ ਵੀ ਕਹਿ ਰਹੇ ਨੇ ਕਿ ਸਖਤ ਕਾਰਵਾਈ ਹੋਵੇ। ਸਭ ਕੁਝ ਸ਼ੀਸ਼ੇ ਵਾਂਗ ਸਾਫ਼ ਸੁਥਰਾ ਸਾਹਮਣੇ ਆਇਆ, ਕਿਉਂਕਿ ਸੀਸੀਟੀਵੀ ਫੁਟੇਜ 'ਚ ਪਿੰਡ ਦੀ ਹੀ ਔਰਤ ਤੇਲ ਲੈ ਕੇ ਆਈ ਆ, ਅੱਗ ਲਾਈ, ਮਹਾਰਾਜ ਦੇ ਸਰੂਪ ਸੜ ਕੇ ਪੂਰੀ ਤਰ੍ਹਾਂ 100% ਦੱਸਿਆ ਹੈੱਡ ਗ੍ਰੰਥੀ ਸਾਹਿਬ ਨੇ ਕਿ ਤਕਰੀਬਨ 80% ਨੁਕਸਾਨੇ ਗਏ। ਸੋ ਇਹ ਨੁਕਸਾਨ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ। ਇਲਾਕੇ ਦੇ ਲੋਕਾਂ ਦਾ ਕਹਿਣਾ, ਸਿੱਖ ਸੰਗਤ ਦਾ ਕਹਿਣਾ। ਗੁਰਵਿੰਦਰ ਰੋਮੀ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।